ਤੇ ਰੌਲੇ ਰੱਪੇ ਦੇ ਵਿੱਚ ਹੀ ਕੁਝ ਏਦਾਂ ਦੇ ਕਾਨੂੰਨ ਬਣਾ ਦਿੱਤੇ ਜਾਂਦੇ ਆ ਜਿਹੜੇ ਬਾਅਦ ਵਿੱਚ ਪਤਾ ਲੱਗਦੇ ਤਾਂ ਬੜਾ ਖਤਰਨਾਕ ਕੰਮ ਹੋ ਗਿਆ। ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਉਹ ਟ੍ਰਾਂਸਫਰ ਕਿੱਦਾਂ ਕੀਤੀ ਲਵਲੀ ਯੂਨੀਵਰਸਿਟੀ ਨੂੰ, ਇਹਦੀਆਂ ਡਿਟੇਲਸ ਕਹਿੰਦੇ ਸਾਡੇ ਕੋਲ ਨਹੀਂ ਹੈ। ਦੇਖੋ ਅਕਾਲੀ ਦਲ ਨੂੰ ਬਚਾਉਣ ਦਾ ਤਾਂ ਉਹਨਾਂ ਦੇ ਚਲੋ ਮਨ 'ਚ ਹੋ ਸਕਦਾ, ਪਰ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਬਚਾਉਣ ਵੱਲ ਜਾਣਗੇ ਨਾ। ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਧਨ ਕੁਬੇਰਾ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਆਪਣੇ ਦਰਸ਼ਕਾਂ ਦੇ ਨਾਲ ਦਸਾਂਝ ਸਾਹਿਬ ਦਾ ਸਵਾਗਤ ਕਰਦੇ ਹਾਂ। ਦਸਾਂਝ ਸਾਹਿਬ ਜੀ ਐਨ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਹਰਜੀਤ ਗਿੱਲ। ਦਸਾਂਝ ਸਾਹਿਬ, ਆਪਾਂ ਪੰਜਾਬ ਦੀਆਂ ਕੁਝ ਖਬਰਾਂ ਤੇ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਮੈਂ ਇਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਹੋਈ ਸੀ, ਰਾਘਵ ਚੱਡਾ ਹਰਾਂ ਨੂੰ ਲੈ ਕੇ ਚੈਲੰਜ ਹੋਇਆ ਸੀ। ਵੈਸੇ ਤਾਂ ਜਿਹੜੇ ਚੀਫ ਸੈਕਟਰੀ ਉਹਨਾਂ ਨੂੰ ਲੈ ਕੇ ਵੀ ਚੈਲੰਜ ਹੋਇਆ, ਪਰ ਜਿਹੜਾ ਫੈਸਲਾ ਆਇਆ, ਉਹਦਾ ਨਿਪਟਾਰਾ ਹੋਇਆ, ਉਹ ਮੇਰੀ ਸਮਝ ਤੋਂ ਬਾਹਰ ਆ ਕਿ ਹਾਈ ਕੋਰਟ ਕੀ ਚਾਹ ਰਹੀ ਆ। ਉਹਨਾਂ ਨੇ ਇੱਕ ਪਾਸੇ ਪੰਜਾਬ ਸਰਕਾਰ ਨੂੰ ਥੋੜ੍ਹੀ ਜਿਹੀ ਝਾੜ ਵੀ ਪਾਈ ਆ ਤੇ ਨਾਲ ਕਹਿ ਦਿੱਤਾ ਕਿ ਪੰਜਾਬ ਸਰਕਾਰ ਫੈਸਲਾ ਲਵੇ। ਪੰਜਾਬ ਸਰਕਾਰ ਤੇ ਫੈਸਲਾ ਲੈ ਚੁੱਕੀ ਆ। ਮੈਂ ਤਾਂ ਆਪ ਇਸ ਗੱਲੋਂ ਹੈਰਾਨ ਸੀ ਜਿਹੜਾ ਲਫ਼ਜ਼ ਆਇਆ ਵਰਤਿਆ ਗਿਆ ਵੀ ਨਿਪਟਾਰਾ ਹੋ ਗਿਆ। ਨਿਪਟਾਰਾ ਤੇ ਹੁੰਦਾ ਵੀ ਤੁਸੀਂ ਕੋਈ ਡਾਇਰੈਕਸ਼ਨ ਦੇ ਦਿੱਤੀ ਹੈ ਜਾਂ ਕੋਈ ਫੈਸਲਾ ਦੇ ਦਿੱਤਾ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਸਰਕਾਰ ਇੱਥੇ ਫੈਸਲਾ ਕਰੇ, ਤਾਂ ਮਤਲਬ ਹੈ ਪੰਜਾਬ ਸਰਕਾਰ ਤਾਂ ਫੈਸਲਾ ਕਰ ਹੀ ਚੁੱਕੀ ਹੈ। ਪੰਜਾਬ ਸਰਕਾਰ ਤਾਂ ਐਡਵਾਈਜ਼ਰ ਲਾ ਹੀ ਚੁੱਕੀ ਹੈ ਰਾਘਵ ਚੱਡੇ ਹੋਰਾਂ ਨੂੰ, ਸੋ ਉਹਦੇ ਤਾਂ ਕੋਈ ਤਬਦੀਲੀ ਦੀ ਸੰਭਾਵਨਾ ਹੀ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਸ਼ਾਇਦ ਹਾਈ ਕੋਰਟ ਨੇ ਇਹੀ ਕਹਿ ਦਿੱਤਾ ਹੈ ਕਿ ਠੀਕ ਹੈ, ਸਰਕਾਰ ਦਾ ਹੀ ਹੱਕ ਹੈ ਕਿ ਉਹ ਕਿਸੇ ਨੂੰ ਆਪਣਾ ਐਡਵਾਈਜ਼ਰ ਲਾਉਂਦੀ ਹੈ ਨਹੀਂ ਲਾਉਂਦੀ ਹੈ, ਤੇ ਇਹਦੇ ਤੇ ਕੋਰਟ ਜਿਹੜਾ ਹੈ ਉਹਦਾ ਕੋਈ ਡਾਇਰੈਕਟ ਜਿਹੜਾ ਦਖਲ ਨਹੀਂ ਹੈ। ਸੋ ਕਾਨੂੰਨਨ ਮੇਰਾ ਖਿਆਲ ਕਿਸੇ ਕਿਸਮ ਦੀ ਕੋਈ ਚੁਣੌਤੀ ਨਹੀਂ ਹੈ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੇ। ਥੋੜੀ ਬਹੁਤ ਝਾੜ ਲਾਈ ਕਿ ਕਿਹੜੇ ਲਫ਼ਜ਼ ਉਹਨਾਂ ਨੇ ਵਰਤੇ ਕਿਹੜੇ ਨਹੀਂ, ਸਾਡੇ ਕੋਲ ਨਹੀਂ ਕੋਈ ਡਿਟੇਲ। ਜੇ ਤੁਹਾਡੇ ਕੋਲ ਹੋਣਗੇ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ, ਪਰ ਇਹ ਵੀ ਸਾਫ਼ ਤੌਰ ਦੇ ਉੱਤੇ ਇਹੀ ਹੈ ਕਿ ਸਰਕਾਰ ਦਾ ਫੈਸਲਾ ਹੈ ਤੇ ਸਰਕਾਰ ਹੀ ਇਹਦੇ ਤੇ ਫਾਈਨਲੀ ਸਾਰਾ ਕੁਝ ਕਰੇਗੀ, ਤੇ ਉਹ ਕੁਝ ਕੀਤਾ ਹੋਇਆ ਸਰਕਾਰ ਨੇ। ਹੋਰ ਕੀ ਕਰਨਾ ਸਰਕਾਰ ਨੇ ਐਡਵਾਈਜ਼ਰ ਲਾਇਆ ਰਾਘਵ ਚੱਡਾ ਨੂੰ, ਕੋਈ ਤਬਦੀਲੀ ਦੀ ਮੇਰਾ ਖਿਆਲ ਕੋਈ ਸੰਭਾਵਨਾ ਨਹੀਂ। ਹਾਂਜੀ ਦਸਾਂਝ ਸਾਹਿਬ, ਵੇਖਿਆ ਜਾਵੇ ਜੇ ਆਪਾਂ ਇਹ ਸਮਝਦੇ ਹਾਂ ਕਿ ਹਾਈ ਕੋਰਟ ਦਾ ਇਹ 'ਚ ਦਖਲ ਨਹੀਂ ਹੈ ਤਾਂ ਫਿਰ ਤੇ ਪਟੀਸ਼ਨ ਜਿਹੜੀ ਆ ਉਹਨੂੰ ਐਕਸੈਪਟ ਹੀ ਨਹੀਂ ਸੀ ਕਰਨਾ ਚਾਹੀਦਾ। ਜੇ ਐਕਸੈਪਟ ਕੀਤੀ, ਉਹਦਾ ਨਿਪਟਾਰਾ ਵੀ ਕੀਤਾ, ਤੇ ਇੱਕ ਪਾਸੇ ਖਬਰਾਂ ਆ ਰਹੀਆਂ ਨੇ ਜਿਹਦੀ ਤੁਸੀਂ ਪੁਸ਼ਟੀ ਨਹੀਂ ਕਰ ਰਹੇ ਕਿ ਉਹਨਾਂ ਪੰਜਾਬ ਸਰਕਾਰ ਨੂੰ ਝਾੜ ਪਾਈ ਤੇ ਨਾਲ ਕਹਿਤਾ ਕਿ ਪੰਜਾਬ ਸਰਕਾਰ ਫੈਸਲਾ ਕਰੇ। ਇਹਦਾ ਮਤਲਬ ਤੇ ਇਹੀ ਨਿਕਲਿਆ ਨਾ ਜੀ ਕਿ ਜਾਂ ਤਾਂ ਫਿਰ ਜੇ ਇਹ ਕਹਿ ਸਕਦੀ ਸੀ ਕੋਰਟ ਕਿ ਇਹ ਕੋਰਟ ਦੇ ਦਾਇਰੇ ਦੇ ਵਿੱਚ ਨਹੀਂ ਆ ਤੇ ਇਹ ਜਾਂ ਤੇ ਪਟੀਸ਼ਨ ਰੱਦ ਕਰ ਦਿੰਦੀ, ਜਾਂ ਫਿਰ ਕਹਿ ਦਿੰਦੇ ਕਿ ਜਿਹੜੀ ਸਰਕਾਰ ਆ ਉਹਦਾ ਪੂਰਾ ਹੱਕ ਆ ਕਿ ਉਹ ਜਿਹਨੂੰ ਮਰਜ਼ੀ ਲਾਵੇ। ਮੈਨੂੰ ਫੈਸਲੇ ਤੋਂ ਕੋਈ ਕਲੈਰਿਟੀ ਨਜ਼ਰ ਨਹੀਂ ਆ ਰਹੀ ਵੀ ਉਹ ਕੀ ਕਹਿੰਦੇ ਕੀ ਆ ਤੇ ਕਹਿਣਾ ਕੀ ਚਾਹੁੰਦੇ ਆ, ਤਾਂ ਕਰਕੇ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਇਹਦਾ ਮਤਲਬ ਕੀ ਨਿਕਲਿਆ। ਅਸਲ ਚੋਂ ਜਿਹੜੀ ਜੋ ਵੀ ਉਹਨਾਂ ਨੇ ਆਰਡਰ ਜਿਹੜਾ ਲਿਖਤੀ ਤੌਰ ਦੇ ਉੱਤੇ ਦਿੱਤਾ ਹੋਏਗਾ ਉਹ ਹੈ ਨਹੀਂ ਸਾਹਮਣੇ ਪ੍ਰੈਸ ਦੇ ਵਿੱਚ, ਹਾਲੇ ਮੇਰੇ ਖਿਆਲ ਉਹਦੀਆਂ ਡਿਟੇਲਸ ਨਹੀਂ ਹੈਗੀਆਂ, ਤੇ ਇਸ ਕਰਕੇ ਅਸੀਂ ਵੀ ਬਹੁਤਾ ਕਹਿ ਸਕਦੇ ਵੀ ਹਾਂ ਵੀ ਉਹਨਾਂ ਨੇ ਕਿਸ ਹਿਸਾਬ ਨਾਲ ਸਾਰੀ ਗੱਲ ਕਹੀ ਹੈ। ਉਹਨਾਂ ਨੇ ਸਿਰਫ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਸਰਕਾਰ ਇਹਦੇ ਤੇ ਫੈਸਲਾ ਕਰੇ। ਗੱਲ ਤੁਹਾਡੀ ਵੀ ਠੀਕ ਹੈ ਕਿ ਜੇ ਉਹਦਾ ਕੋਈ ਦਖਲ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਪਟੀਸ਼ਨ ਜਿਹੜੀ ਆ ਸਰਕਾਰ ਹੀ ਨਹੀਂ ਸੀ ਕਰਨੀ ਚਾਹੀਦੀ। ਪਰ ਇਹ ਆ ਵੀ ਜੇ ਪਟੀਸ਼ਨ ਸਰਕਾਰ ਕੀਤੀ ਹੈ ਵੀ ਸ਼ਾਇਦ ਕੁਝ ਇੱਕ ਨੁਕਤੇ ਹੋਣਗੇ ਜਿਹਦੇ ਤੇ ਕੋਈ ਕਲੈਰਿਟੀ ਦੀ ਜ਼ਰੂਰਤ ਹੋਏਗੀ, ਤਾਂ ਉਹਨਾਂ ਨੇ ਸਵੀਕਾਰ ਕਰਨ ਤੋਂ ਬਾਅਦ ਇਹ ਫਾਈਨਲੀ ਇਸ ਤਰ੍ਹਾਂ ਦਾ ਜਿਹੜਾ ਲਿਖਤੀ ਕੋਈ ਆਰਡਰ ਦਿੱਤਾ ਹੈ। ਤੇ ਪਰ ਓਵਰਆਲ ਮੈਨੂੰ ਲੱਗਦਾ ਕਿ ਚੈਲੰਜਿੰਗ ਵਾਲੀ ਕੋਈ ਬਹੁਤੀ ਗੱਲ ਵੀ ਹੈ ਨਹੀਂ ਸੀ। ਪਹਿਲਾਂ ਵੀ ਮੈਂ ਇਹੀ ਸਮਝਦਾ ਸੀ ਵੀ ਕੋਈ ਐਡਵਾਈਜ਼ਰ ਲਾਉਣਾ, ਹਾਂ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ, ਸ਼ਾਇਦ ਕੋਈ ਨੁਕਤੇ ਹੋਣਗੇ ਜਿਹਦੇ ਕਰਕੇ ਉਹ ਜਿਹੜੀ ਪਟੀਸ਼ਨ ਸਰਕਾਰ ਕੀਤੀ ਗਈ ਸੀ ਵੀ ਜਿਹੜਾ ਕੈਬਨਿਟ ਰੈਂਕ ਨਾਲ ਦਿੱਤਾ ਗਿਆ ਰਾਘਵ ਚੱਡਾ ਹੋਰਾਂ ਨੂੰ, ਉਹਦੇ ਤੇ ਕੋਈ ਗੱਲ ਕੀਤੀ ਹੋ ਸਕਦੀ ਹੈ। ਉਹ ਜਦੋਂ ਸਾਡੇ ਕੋਲ ਪੂਰਾ ਵਿਸਥਾਰ ਆਏਗਾ ਉਦੋਂ ਹੀ ਉਹਦੇ ਤੇ ਅਸੀਂ ਟਿੱਪਣੀ ਕਰ ਸਕਦੇ ਹਾਂ। ਪਰ ਇਹ ਜ਼ਰੂਰ ਹੈ
ਵੀ ਸਰਕਾਰ ਦਾ ਇਹ ਫੈਸਲਾ ਬਦਲਣ ਵਾਲਾ ਨਹੀਂ ਹੈ, ਕਿਉਂਕਿ ਹਾਈ ਕੋਰਟ ਵੱਲੋਂ ਕਿਸੇ ਕਿਸਮ ਦਾ ਉਹਨਾਂ ਨੂੰ ਇਹ ਨਹੀਂ ਆਦੇਸ਼ ਦਿੱਤਾ ਗਿਆ ਕਿ ਤੁਸੀਂ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹਨੂੰ ਰੱਦ ਕਰੋ। ਜੀ ਜੀ ਬਿਲਕੁਲ ਕਲੀਅਰ ਕੱਟ ਆਦੇਸ਼ ਨਹੀਂ ਆ। ਅੱਛਾ, ਇਸੇ ਤਰ੍ਹਾਂ ਦੀ ਜਿਹੜੀ ਦੂਜੀ ਪਟੀਸ਼ਨ ਪਈ ਹੋਈ ਆ ਹਾਈ ਕੋਰਟ ਦੇ ਵਿੱਚ ਦਸਾਂਝ ਸਾਹਿਬ, ਪੰਜਾਬ ਦੇ ਮੁੱਖ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ, ਉਹਦੇ ਵਿੱਚ ਵੀ ਹਾਈ ਕੋਰਟ ਨੇ 2 ਹਫ਼ਤਿਆਂ ਦੇ ਵਿੱਚ ਸਾਰਾ ਰਿਕਾਰਡ ਪੇਸ਼ ਕਰਨ ਲਈ ਕਹਿ ਦਿੱਤਾ। ਪਰ ਦੂਜੇ ਪਾਸੇ ਏਜੀ ਜਿਹੜੇ ਨਵੇਂ ਲੱਗੇ ਨੇ ਉਹਨਾਂ ਨੇ ਕਿਹਾ ਕਿ ਇਹ ਕੋਈ ਪ੍ਰਮੋਸ਼ਨ ਜਾਂ ਟਰਾਂਸਫਰ ਨਹੀਂ ਹੋਈ, ਇਹ ਤਾਂ ਏਜੀ ਲਾਇਆ ਆਪਾਂ ਮੁੱਖ ਸਕੱਤਰ ਲਾਇਆ ਹੋਇਆ। ਤੇ ਫਿਰ ਇਹਦਾ ਕੀ ਫੈਸਲਾ ਹੋਣ ਦੀ ਸੰਭਾਵਨਾ ਜਦੋਂ ਆਪਾਂ ਕਹਿੰਦੇ ਆ ਕਿ ਇੱਕ ਮੁੱਖ ਮੰਤਰੀ ਨੂੰ ਆਪਣਾ ਜਿਹੜਾ ਮੁੱਖ ਸਕੱਤਰ ਲਾਉਣ ਦੀ ਜਾਂ ਇਹ ਲਾਉਣ ਦੀ ਖੁੱਲ੍ਹ ਹੁੰਦੀ ਆ, ਤੇ ਉਹਦੀ ਫਿਰ ਜਿਹੜਾ ਚੈਲੰਜ ਕਰ ਦਿੰਦਾ ਕੋਈ ਵਿਅਕਤੀ, ਤੇ ਕੋਰਟ ਉਹਦੀ ਪਟੀਸ਼ਨ ਨੂੰ ਮੰਨ ਵੀ ਲੈਂਦੀ ਆ, ਰਿਕਾਰਡ ਵੀ ਮੰਗ ਲੈਂਦੀ ਆ। ਇਹ ਤਾਂ ਫਿਰ ਟਾਈਮ ਵੇਸਟ ਕਰਨ ਵਾਲਾ ਹੋਏਗਾ ਨਾ ਕੋਰਟ ਦਾ ਵੀ ਤੇ ਲੋਕਾਂ ਦਾ ਵੀ ਧਿਆਨ ਇੱਧਰੋਂ ਉੱਧਰ ਪਾਉਣ ਵਾਲਾ। ਜੇ ਉਹਦਾ ਕੋਈ ਮੀਨਿੰਗ ਹੀ ਨਹੀਂ ਹੈ ਤਾਂ ਫਿਰ ਕੋਰਟ ਨੂੰ ਕਲੀਅਰ ਕੱਟ ਆਦੇਸ਼ ਦੇਣੇ ਚਾਹੀਦੇ ਆ ਵੀ ਭਾਈ ਇਹੋ ਜਿਹੀਆਂ ਪਟੀਸ਼ਨਾਂ ਨਾ ਪਾਓ, ਇਹੀ ਨਹੀਂ ਸੁਣਾਂਗੇ। ਅਸਲ 'ਚ ਕੇਸ ਹੋ ਰਿਹਾ BK ਜੰਜੂਆ ਸਾਹਿਬ ਦੇ ਉੱਤੇ ਕਰਪਸ਼ਨ ਦਾ ਇੱਕ ਕੇਸ ਸੀਗਾ ਬਹੁਤ ਦੇਰ ਪਹਿਲਾਂ, ਸ਼੍ਰੋਮਣੀ ਅਕਾਲੀ ਦਲ BJP ਗਵਰਨਮੈਂਟ ਦੇ ਵੇਲੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਕੇਸ ਸੀਗਾ ਉਹਨਾਂ ਦੇ ਉੱਤੇ। ਤੇ ਉਹ ਬਾਅਦ ਵਿੱਚ ਬਾਦਲਾਂ ਦੀ ਸਰਕਾਰ ਵੇਲੇ ਇਹ ਕੇਸ ਬਣਿਆ ਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਇਸ ਕੇਸ ਦੇ ਵਿੱਚ BK ਜੰਜੂਆ ਸਾਹਿਬ ਨੂੰ ਕਲੀਨ ਚਿੱਟ ਮਿਲ ਗਈ। ਅਸਲ 'ਚ ਉਹਨੂੰ ਆਧਾਰ ਬਣਾ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਇਹਨਾਂ ਦੀ ਨਿਯੁਕਤੀ ਦਰੁਸਤ ਨਹੀਂ ਹੈ, ਕਿ ਇਹ ਤਾਂ ਇੱਕ ਕਰਪਸ਼ਨ ਦੇ ਕੇਸ ਦੇ ਵਿੱਚ ਇਨਵੋਲਵ ਰਹੇ ਨੇ। ਤੇ ਇਸ ਹਵਾਲੇ ਦੇ ਨਾਲ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉਹਦੇ ਤੇ 2 ਹਫ਼ਤਿਆਂ ਦੇ ਵਿੱਚ ਪੂਰਾ ਰਿਕਾਰਡ ਦਾ ਮਤਲਬ ਇਹ ਹੈ ਕਿ ਕਿਹੜਾ ਰਿਕਾਰਡ ਹੈ, ਕਿਹਦੇ ਆਧਾਰ ਤੇ ਤੁਸੀਂ ਇਹ ਪਟੀਸ਼ਨ ਪਾਈ ਹੈ, ਉਹ ਟੋਟਲ ਰਿਕਾਰਡ ਜਿਹੜਾ ਆ 2 ਹਫ਼ਤਿਆਂ 'ਚ ਸਰਕਾਰ ਤੋਂ ਮੰਗਿਆ ਗਿਆ। ਏਜੀ ਸਾਹਿਬ ਨੇ ਜਿਹੜੀ ਗੱਲ ਕਹੀ, ਵਿਨੋਦ ਕਈ ਹੋਰਾਂ ਨੇ, ਉਹਨਾਂ ਨੇ ਇਹ ਕਿਹਾ ਵੀ ਇਹ ਪ੍ਰਮੋਸ਼ਨ ਨਹੀਂ ਹੈ, ਇਹ ਅਸਲ 'ਚ ਟਰਾਂਸਫਰ ਹੈ। ਉਹ ਕਹਿੰਦੇ ਉਹਨਾਂ ਦਾ ਰੁਤਬਾ ਚੀਫ ਸੈਕਟਰੀ ਦੇ ਬਰਾਬਰ ਹੀ ਹੈ BK ਜੰਜੂਆ ਦਾ। ਇਹਨਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਗਈ ਕਿ ਉਹਨਾਂ ਨੂੰ ਪ੍ਰਮੋਟ ਕਰਕੇ ਕੋਈ ਲਾਇਆ ਗਿਆ ਚੀਫ ਸੈਕਟਰੀ, ਉਹਨਾਂ ਨੂੰ ਸਿਰਫ ਬਦਲਿਆ ਗਿਆ, ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਂਦਾ ਗਿਆ। ਇਸ ਕਰਕੇ ਪਟੀਸ਼ਨ ਬਣਦੀ ਹੋਈ ਨਹੀਂ ਹੈ ਵੀ ਜਿਹੜਾ ਕਿਹਾ ਗਿਆ ਕਿ ਉਹਨਾਂ ਦੀ ਨਿਯੁਕਤੀ ਨੂੰ ਰੱਦ ਕੀਤਾ ਜਾਏ। ਸੋ ਇਹਦੇ ਤੇ ਹੁਣ 2 ਹਫ਼ਤਿਆਂ ਦੇ ਵਿੱਚ ਸਰਕਾਰ ਆਪਣਾ ਪੁਰਾਣਾ ਰਿਕਾਰਡ ਜਿਹੜਾ ਇਹਨਾਂ ਦੀ ਸਰਵਿਸ ਦਾ ਟੋਟਲ ਰਿਕਾਰਡ ਜਿਹੜਾ ਰਹੇਗਾ ਉਹ ਸ਼ਾਇਦ ਸਰਕਾਰ ਪੇਸ਼ ਕਰੇਗੀ। ਉਸ ਤੋਂ ਬਾਅਦ ਹਾਈ ਕੋਰਟ ਅਗਲੀ ਜਿਹੜੀ ਆਪਣੀ ਕੋਈ ਡਾਇਰੈਕਸ਼ਨ ਜਿਹੜੀ ਆ ਉਹ ਦੇਣਗੇ। ਜੀ ਦੂਜੇ ਪਾਸੇ ਦਸਾਂਝ ਸਾਹਿਬ, ਕੇਂਦਰ ਦੀ ਪਾਰਲੀਮੈਂਟ ਦੇ ਵਿੱਚ, ਮੁਲਕ ਦੀ ਜਿਹੜੀ ਸਭ ਤੋਂ ਵੱਡੀ ਪਾਰਲੀਮੈਂਟ ਆ, ਉਹਦੇ ਵਿੱਚ ਲਗਾਤਾਰ ਹੰਗਾਮੇਬਾਜ਼ੀ ਚੱਲ ਰਹੀ ਆ। ਸਰਕਾਰ ਨੇ ਬਹੁਤ ਸਾਰੇ ਨਾਦਰਸ਼ਾਹੀ ਫਰਮਾਨ ਕੀਤੇ ਹੋਏ ਆ, ਇਹ ਸ਼ਬਦ ਨਹੀਂ ਬੋਲਣਾ, ਇਹ ਬੋਲਣਾ। ਤੇ ਆਪਾਂ ਪਿਛਲੇ ਪ੍ਰੋਗਰਾਮ 'ਚ ਇਹ ਵੀ ਡਿਸਕਸ ਕੀਤਾ ਸੀ ਕਿ ਪਹਿਲੀ ਵਾਰ ਹੋਇਆ ਕਿ ਪਾਵਰ 'ਚ ਰਹਿੰਦਿਆਂ ਹੋਇਆਂ ਸਰਕਾਰ ਕਹਿੰਦੀ ਆ ਕਿ ਸੈਸ਼ਨ ਨਹੀਂ ਚੱਲੂਗਾ ਜਿੰਨਾ ਚਿਰ ਸੋਨੀਆ ਗਾਂਧੀ ਮਾਫੀ ਨਹੀਂ ਮੰਗਦੀ। ਹੁਣ ਜਿਹੜਾ ਹੰਗਾਮਾ ਚੱਲ ਰਿਹਾ ਹੈ, ਇਹਦੀ ਕੀ ਵਜ੍ਹਾ ਹੈ ਤੇ ਕੀ ਅਜੇ ਤੱਕ ਉਸੇ ਮੁੱਦੇ ਤੇ ਹੀ ਗੱਲ ਅੜੀ ਹੋਈ ਆ ਜਿਹੜੀ ਗੱਲ ਸੋਨੀਆ ਗਾਂਧੀ ਕੋ ਮਾਫੀ ਮੰਗਾਉਣ ਵਾਲੀ, ਜਾਂ ਇਸ ਤੋਂ ਅੱਗੇ ਕੋਈ ਗੱਲ ਵਧੀ ਆ? ਨਹੀਂ, ਉਹ ਸੋਨੀਆ ਗਾਂਧੀ ਦੀ ਮਾਫੀ ਵਾਲਾ ਕੰਮ ਤਾਂ ਮੁੱਕ ਗਿਆ। ਹੁਣ ਤਾਂ ਪਾਰਲੀਮੈਂਟ ਤਾਂ ਸ਼ੁਰੂ ਹੋ ਗਈ। ਸਿਰਫ 2 ਵਾਰ ਹੀ ਪਾਰਲੀਮੈਂਟ ਸਸਪੈਂਡ ਕੀਤੀ ਗਈ ਆ, ਪਹਿਲਾਂ 12 ਵਜੇ ਤੱਕ ਫਿਰ 2 ਵਜੇ ਤੱਕ ਬਾਅਦ ਚੱਲੀ ਹੈ। ਜਿਹੜੀ ਪਾਰਲੀਮੈਂਟ ਨੂੰ ਜਿਹੜਾ ਉਹ ਕਹਿ ਰਹੇ ਸੀ ਨਾ ਵੀ ਅਸੀਂ ਚੱਲਣ ਨਹੀਂ ਦੇਣੀ, ਸੱਤਾ ਧਿਰ ਕਹਿ ਰਹੀ ਸੀ, ਉਹ ਅਸਲ 'ਚ ਇੱਕ ਸੁਰ ਹੋ ਕੇ ਸੱਤਾ ਧਿਰ ਨੇ ਨਹੀਂ ਸੀ ਕਿਹਾ। ਉਹ ਵੱਖ-ਵੱਖ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੇ ਗਾਹੇ ਵਗਾਹੇ ਏਦਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਸੀ ਜਿੱਦਾਂ ਆਮ ਤੌਰ ਦੇ ਉੱਤੇ ਬਿਆਨ ਦੇ ਦਿੱਤਾ ਜਾਂਦਾ ਕਿ ਅਸੀਂ ਪਾਰਲੀਮੈਂਟ ਨਹੀਂ ਚੱਲਣ ਦੇਣੀ। ਕੋਈ ਇੱਕਜੁੱਟ ਫੈਸਲਾ ਨਹੀਂ ਸੀ ਕੋਈ NDA ਦਾ ਵੀ ਅਸੀਂ ਜਦ ਤੱਕ ਸੋਨੀਆ ਗਾਂਧੀ ਮਾਫੀ ਨਹੀਂ ਮੰਗਦੀ ਉਦੋਂ ਤੱਕ ਅਸੀਂ ਪਾਰਲੀਮੈਂਟ ਨਹੀਂ ਚੱਲਣ ਦੇਣੀ। ਉਹ ਇੱਕਾ ਦੁੱਕਾ ਜਿਹੜੇ ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਆ ਉਹ ਬਿਆਨਬਾਜ਼ੀ ਏਦਾਂ ਦੀ ਕਰਦੇ ਰਹੇ ਆ। ਪਰ ਪਾਰਲੀਮੈਂਟ ਤਾਂ ਜੁੜੀ ਹੈ, ਕੱਲ ਵੀ ਜੁੜੀ ਹੈ, ਪਰ ਬਾਰ-ਬਾਰ ਉਹਨੂੰ ਪੋਸਟਪੋਨ ਕਰਨਾ ਪਿਆ। ਉਹਦਾ ਕਾਰਨ ਇਹ ਰਿਹਾ ਕਿ ਜਿਹੜੇ ਸਸਪੈਂਡ ਕੀਤੇ ਗਏ ਨੇ ਲੋਕ ਸਭਾ ਦੇ ਮੈਂਬਰ, ਵੀ ਉਹਨਾਂ ਨੂੰ ਬਹਾਲ ਕਰਨ ਦੀ ਮੰਗ ਜਿਹੜੀ ਹੈ ਆਪੋਜੀਸ਼ਨ ਕਰਦੀ ਰਹੀ ਹੈ। ਤੇ ਫਿਰ ਉਸ ਤੋਂ ਬਾਅਦ ਜੋ ਹੁਣ ਤਾਜ਼ੀ ਖਬਰ ਆਈ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚੋਂ 4 ਕਾਂਗਰਸ ਪਾਰਟੀ ਦੇ ਮੈਂਬਰ ਸਸਪੈਂਡ ਕੀਤੇ ਗਏ ਸੀ, ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ। ਤੇ ਕੱਲ ਸ਼ਾਇਦ ਜਾਨੀ ਸਾਡਾ ਤਾਂ ਅੱਜ ਹੀ ਹੈ, ਤੁਹਾਡਾ ਕੱਲ ਹੋ ਜਾਣਾ ਉਹ, ਤੇ ਹੁਣ ਤੋਂ ਜਾਨੀ 3 ਘੰਟੇ ਬਾਅਦ 4 ਘੰਟੇ ਬਾਅਦ ਪਾਰਲੀਮੈਂਟ ਫਿਰ ਤੋਂ ਜੁੜੇਗੀ। ਪਰ ਉਹ ਪਾਰਲੀਮੈਂਟ ਜੁੜਨ ਦਾ ਵੀ ਕੋਈ ਬਹੁਤਾ ਲਾਭ ਜਾਨੀ ਦਿਖਾਈ ਦਿੰਦਾ, ਕਿਉਂਕਿ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕੋਈ ਨਾ ਕੋਈ ਹੰਗਾਮਾ ਹੁੰਦਾ ਹੈ ਤੇ ਸਪੀਕਰ ਸਾਹਿਬ ਜਿਹੜੇ ਆ ਵੀ ਉਹ 11 ਵਜੇ ਮਤਲਬ ਸੁਣਵਾਈ ਕਰ ਰਹੇ ਹੁੰਦੇ ਆ, 11:05 ਜਿੱਦਾਂ ਅੱਜ ਹੋਇਆ 11:05 ਤੇ ਜੀ, ਚਲੋ 12 ਵਜੇ ਤੱਕ ਜੀ ਪਾਰਲੀਮੈਂਟ ਪੋਸਟਪੋਨ ਹੈ।
12 ਵਜੇ ਫੇਰ ਜੁੜਦੀ ਆ, 10 ਮਿੰਟ ਫੇਰ ਰੌਲਾ ਪੈਂਦਾ, ਚਲੋ 2 ਵਜੇ ਤੱਕ ਜੀ ਪਾਰਲੀਮੈਂਟ ਪੋਸਟਪੋਨ ਹੈ। ਇਹ ਰੂਟੀਨ ਜੀ ਬਣੀ ਹੋਈ ਆ ਸਾਡੇ ਇੱਥੇ ਅਸੈਂਬਲੀਆਂ ਦੀ ਤੇ ਲੋਕ ਸਭਾ ਤੇ ਰਾਜ ਸਭਾ ਦੀ, ਜਿਹੜੀ ਕੋਈ ਬਹੁਤ ਚੰਗੀ ਪਿੜਤ ਨਹੀਂ ਹੈ। ਮਤਲਬ ਜਿੱਥੇ ਸੰਵਾਦ ਹੋਣਾ ਚਾਹੀਦਾ, ਡਾਇਲੋਗ ਹੋਣਾ ਚਾਹੀਦਾ, ਜਿੱਥੇ ਕਾਨੂੰਨ ਘੜੇ ਜਾਣੇ ਹੁੰਦੇ ਆ, ਫਿਰ ਏਦਾਂ ਦੇ ਮਾਹੌਲ ਦੇ ਵਿੱਚ ਰੌਲੇ ਰੱਪੇ ਦੇ ਵਿੱਚ ਹੀ ਜਿਹੜੇ ਆ ਬਹੁਤ ਸਾਰੇ ਮਤੇ ਪਾਸ ਹੋ ਜਾਂਦੇ ਆ, ਬਹੁਤ ਸਾਰੇ ਨਵੇਂ ਕਾਨੂੰਨ ਬਣ ਜਾਂਦੇ ਆ, ਪਤਾ ਵੀ ਨਹੀਂ ਲੱਗਦਾ। ਸੋ ਇੱਕ ਮਾਹੌਲ ਜਿਹੜਾ ਬਣਨਾ ਚਾਹੀਦਾ, ਮਤਲਬ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ, ਜਿੱਥੇ ਚਰਚਾ ਹੋਣੀ ਚਾਹੀਦੀ ਆ ਵੱਖ ਵੱਖ ਮੁੱਦਿਆਂ ਦੇ ਉੱਤੇ, ਲੋਕਾਂ ਦੇ ਮਸਲਿਆਂ ਦੇ ਉੱਤੇ, ਤੇ ਪੁਰਾਣੇ ਜਿਹੜੇ ਕਾਨੂੰਨ ਆ ਉਹਨਾਂ 'ਚ ਸੋਚ ਸੁਧਾਈ ਦੇ ਕੰਮ ਹੋਣੇ ਹੁੰਦੇ ਆ, ਜਿਹੜੇ ਬੇਲਾ ਵਿਆਹ ਚੁੱਕੇ ਕਾਨੂੰਨ ਆ ਉਹਨਾਂ ਨੂੰ ਬਦਲਣਾ ਹੁੰਦਾ, ਨਵੇਂ ਰੂਪ 'ਚ ਲਿਆਉਣਾ ਹੁੰਦਾ, ਕੁਝ ਨਵੀਆਂ ਗੱਲਾਂ ਹੋਰ ਕਰਨੀਆਂ ਹੁੰਦੀਆਂ। ਉਹ ਫਿਰ ਨਵੀਆਂ ਗੱਲਾਂ ਜਾਂ ਨਵੇਂ ਕਾਨੂੰਨ ਬਣਾਉਣ ਦੇ ਨਾਂ ਦੇ ਉੱਤੇ ਰੌਲੇ ਰੱਪੇ ਦੇ ਵਿੱਚ ਹੀ ਕੁਝ ਏਦਾਂ ਦੇ ਕਾਨੂੰਨ ਬਣਾ ਦਿੱਤੇ ਜਾਂਦੇ ਆ, ਜਿਹੜੇ ਬਾਅਦ ਵਿੱਚ ਪਤਾ ਲੱਗਦੇ ਤਾਂ ਬੜਾ ਖਤਰਨਾਕ ਕੰਮ ਹੋ ਗਿਆ। ਤੇ ਆਪੋਜੀਸ਼ਨ ਉਦੋਂ ਕਿੱਥੇ ਸੀ, ਤੇ ਆਪੋਜੀਸ਼ਨ ਨੂੰ ਉਦੋਂ ਉਲਝਾਇਆ ਹੁੰਦਾ ਸੱਤਾ ਧਿਰ ਦੇ ਰੌਲੇ ਰੱਪੇ ਦੇ ਵਿੱਚ, ਪੋਸਟਪੋਨ ਦੀ ਖੇਡ ਜਿਹੜੀ ਹੈ ਚੱਲ ਰਹੀ ਹੁੰਦੀ ਜੀ। ਅੱਛਾ ਦਸਾਂਝ ਸਾਹਿਬ, ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਕਿ ਪਿਛਲੇ ਦਿਨੀ 2828 ਏਕੜ ਜ਼ਮੀਨ ਖਾਲੀ ਕਰਾਉਣ ਦਾ ਮੁੱਦਾ ਸਾਹਮਣੇ ਆਇਆ ਸੀ। ਉਹਦੇ ਵਿੱਚ ਕਈ ਤਰ੍ਹਾਂ ਦੀ ਕੰਟਰਾਵਰਸੀ ਆਈ। ਮਾਨ ਸਾਹਿਬ ਦੇ ਪਰਿਵਾਰ ਵੱਲੋਂ ਕਿਹਾ ਗਿਆ ਜੀ ਨਹੀਂ ਜੀ ਸਾਡੇ ਕੋਲ ਤਾਂ ਹੈ ਹੀ 10-12 ਏਕੜ, ਉੱਥੇ ਐਵੇਂ ਝੂਠਾ ਨਾਂ ਲੱਗ ਰਿਹਾ। ਉਹਦੀ ਕਲੈਰਿਟੀ ਖੈਰ ਆਉਂਦੀ ਰਹੇਗੀ। ਪਰ ਇੱਕ ਖਬਰ ਆ ਰਹੀ ਆ ਕਿ ਇਹਦੇ ਤੋਂ ਵੀ ਪਹਿਲਾਂ 12 ਤਰੀਕ ਦਾ ਮਹਿਕਮੇ ਪੰਚਾਇਤ ਦੇ ਸਕੱਤਰ ਸਾਹਿਬ ਨੇ ਹੁਕਮ ਜਾਰੀ ਕੀਤਾ ਹੋਇਆ ਡਿਸਟ੍ਰਿਕਟ ਆਫ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ, ਕੋਈ 3606 ਏਕੜ ਜਗ੍ਹਾ ਹੋਰ ਦੱਸੀ ਜਾ ਰਹੀ ਆ। ਉਹਦੇ ਵਿੱਚ ਬਹੁਤੀ ਜ਼ਮੀਨ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ 'ਚ ਭੇਜੇ ਹੋਏ ਆ, ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਆ, ਉਹਨਾਂ ਦੇ ਕਬਜ਼ੇ ਥੱਲੇ ਆ। ਉਹਦੇ 'ਤੇ ਟਾਲ ਮਟੋਲ ਚੱਲ ਰਹੀ ਆ। ਉਹਦੇ 'ਤੇ ਅਜੇ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ। ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇਹਨਾਂ ਮੌਜੂਦਾ ਹਾਲਾਤਾਂ ਦੇ ਵਿੱਚ ਪਿਕ ਐਂਡ ਚੂਜ਼ ਹੋਏਗਾ ਕਿ ਕਿਹਨੂੰ ਕਰਨਾ ਤੇ ਕਿਹਨੂੰ ਨਹੀਂ ਕਰਨਾ? ਹਾਲਾਤ ਜਿੱਦਾਂ ਦੇ ਬਣੇ ਹੋਏ ਆ, ਲੋਕਾਂ ਦਾ ਜਿਸ ਤਰੀਕੇ ਦਾ ਵੇਗ ਹੈ ਇਸ ਚੀਜ਼ ਨੂੰ ਲੈ ਕੇ, ਤੇ ਲੋਕ ਸਰਕਾਰ ਦੇ ਨਾਲ ਵੀ ਖੜੇ ਹੋਏ ਆ। ਤੇ ਹੁਣ ਖਬਰ ਆ ਰਹੀ ਆ ਕਿ ਲਵਲੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਨੇ ਮਾਲਕ, ਉਹਨਾਂ ਦਾ ਵੀ ਉੱਥੇ ਕਾਫੀ ਵੱਡਾ ਕਬਜ਼ਾ ਹੈ ਤੇ 3600 ਏਕੜ ਦਾ ਇੱਕ ਲਾਟ ਹੈ, ਜਿਹਦੇ ਵਿੱਚੋਂ ਪਤਾ ਨਹੀਂ ਕਿੰਨੀ ਉਹਨਾਂ ਕੋਲ ਆ। ਇਹਦੇ ਬਾਰੇ ਕੋਈ ਖਬਰ ਹੈ ਤੁਹਾਡੇ ਕੋਲ ਜਾਂ ਇਹ ਕੀ ਚੱਲ ਰਿਹਾ? ਦੇਖੋ, ਜਿਹੜਾ 3600 ਏਕੜ ਦਾ ਜਿਹੜਾ ਤੁਸੀਂ ਕਹਿ ਰਹੇ ਹੋ, ਜੋ ਜਿਹੜਾ LPU ਜਿਹੜਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕ ਹੈ, ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਉਹਦੀ 3600 ਏਕੜ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਪਤਾ ਨਹੀਂ ਤੁਹਾਡੇ ਕੋਲ ਇੱਕ ਖਬਰ ਆਈ ਹੈ, ਉਹ ਮਾਮਲਾ ਹੋਰ ਹੈ ਅਸਲ ਦੇ ਵਿੱਚ। ਉਹ ਪਤਾ ਨਹੀਂ 3600 ਏਕੜ ਵਾਲਾ ਕੋਈ ਹੋਰ ਹੋ ਸਕਦਾ। ਜਿਹੜਾ ਲਵਲੀ ਯੂਨੀਵਰਸਿਟੀ ਵਾਲਾ ਮਾਮਲਾ, ਜਿੱਥੇ ਤੋਂ ਜੇ ਤੁਸੀਂ ਉਹਨੂੰ ਸਿਚੁਏਟਡ ਦੇਖੋ, ਜਿੱਥੇ ਹੈਗੀ ਆ ਲਵਲੀ ਯੂਨੀਵਰਸਿਟੀ, ਜੇ ਫਗਵਾੜੇ ਤੋਂ ਤੁਸੀਂ ਜਲੰਧਰ ਨੂੰ ਜਾਓ ਤਾਂ ਉਹ ਜਿਹੜਾ ਬਹੁਤ ਮਸ਼ਹੂਰ ਪਹਿਲਾਂ ਲੱਕੀ ਢਾਬਾ ਹੁੰਦਾ ਸੀ, ਅੱਜ ਕੱਲ੍ਹ ਹਵੇਲੀ ਆ, ਉਹਦੇ ਨੇੜੇ ਹੀ ਜਿਹੜੀ ਆ ਲਵਲੀ ਯੂਨੀਵਰਸਿਟੀ 600 ਏਕੜ ਦੇ ਵਿੱਚ ਬਣੀ ਹੋਈ ਹੈ। ਉਹ 600 ਏਕੜ ਦੇ ਵਿੱਚੋਂ 6 ਕਨਾਲ ਇੱਕ ਜ਼ਮੀਨ ਹੈਗੀ ਆ ਹਰਦਾਸਪੁਰ ਪਿੰਡ ਦੀ। ਹਰਦਾਸਪੁਰ ਪਿੰਡ ਪੈਂਦਾ। ਉਹ ਜਿਹੜੀ ਜਦੋਂ ਲਵਲੀ ਯੂਨੀਵਰਸਿਟੀ ਜਿਹੜੀ ਉਹਦੀ ਕੰਸਟਰਕਸ਼ਨ ਹੋਈ ਤੇ ਉਹ ਜਿਹੜਾ 6 ਕਨਾਲ ਦਾ ਏਰੀਆ ਆ ਉਹ ਵੀ ਨਾਲ ਹੀ ਕੰਸਟਰਕਟ ਕਰ ਲਿਆ ਗਿਆ। ਉਹਨੂੰ ਲਵਲੀ ਯੂਨੀਵਰਸਿਟੀ ਨੇ ਮਤਲਬ ਉਹ ਇਮਾਰਤ ਦਾ ਹਿੱਸਾ ਬਣਾ ਲਿਆ। ਤੇ ਉਹ 1935 ਦੇ ਵਿੱਚ ਮਤਲਬ ਗੁਰੂ ਘਰ ਨੂੰ, ਜਿਹੜਾ ਹਰਦਾਸਪੁਰ ਪਿੰਡ ਹੈ, ਉਹ ਜਿਹੜਾ ਉੱਥੋਂ ਦਾ ਗੁਰਦੁਆਰਾ, ਉਹਨੂੰ ਜ਼ਮੀਨ ਦਿੱਤੀ ਗਈ ਸੀ। ਯਾਨੀ ਇੱਕ ਕਿਸਮ ਦੀ ਹੈ ਪੰਚਾਇਤੀ ਜ਼ਮੀਨ, ਪਰ ਉਹਦਾ ਕੰਟਰੋਲ ਜਿਹੜਾ ਆ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕੋਲ ਆ। 1935 ਚ ਉਹਨੂੰ ਮੈਂ ਪਹਿਲੀ ਵਾਰ ਟਰਮ ਕੋਈ ਸੁਣੀ ਆ, ਕੱਲ ਮੈਂ ਜਦੋਂ ਪੜ੍ਹ ਰਿਹਾ ਸੀ, ਉਹ ਮੁਆਫੀ ਵਾਲੀ ਜ਼ਮੀਨ ਕਿਹਾ ਜਾਂਦਾ ਉਹਨੂੰ, ਮੁਆਫੀ ਵਾਲੀ। ਵੀ ਉਹ ਮੁਆਫੀ ਵਾਲੀ ਜ਼ਮੀਨ ਜਿਹੜੀ ਹੁੰਦੀ ਹੈ, ਜਦੋਂ ਫਿਰ ਉਹ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਪੁੱਛਿਆ, ਜਿਹੜਾ ਪੰਚਾਇਤੀ ਜ਼ਿਲ੍ਹਾ ਅਫਸਰ ਹੈਗਾ, ਵੀ ਤੁਹਾਨੂੰ ਕਿਹਾ ਗਿਆ ਸੀ ਵੀ ਇਹ ਜਿਹੜੀ ਆ ਨਜਾਇਜ਼ ਕਬਜ਼ਾ ਹਟਾਇਆ ਜਾਵੇ, ਤੇ ਤੁਸੀਂ ਹਾਲੇ ਤੱਕ ਹਟਾਇਆ ਨਹੀਂ। ਉਹ ਕਹਿੰਦੇ ਵੀ ਸਾਨੂੰ ਹਾਲੇ ਕੋਈ ਡਿਟੇਲਸ ਹੀ ਹੈ ਨਹੀਂ, ਪਤਾ ਨਹੀਂ ਹੈ ਵੀ ਇਹ ਜਿਹੜੀ ਮੁਆਫੀ ਵਾਲੀ ਜ਼ਮੀਨ ਹੈ, ਇਹ ਉੱਦਾਂ ਸਾਨੂੰ ਪਤਾ ਵੀ ਇਹ ਨਜਾਇਜ਼ ਕਬਜ਼ਾ ਤਾਂ ਹੈ, ਤੇ ਇਹ ਜਿਹਦੇ ਕੋਲ ਹੈ ਉਹਦੇ ਕੋਲ ਕੰਟਰੋਲ 'ਚ ਉਹਨੂੰ ਵਾਹ ਸਕਦਾ, ਪਰ ਉਹ ਮਾਲਕੀ ਉਹਦੀ ਵੀ ਹੈ ਨਹੀਂ, ਪਰ ਉਹ ਕਿਤੇ ਟ੍ਰਾਂਸਫਰ ਵੀ ਨਹੀਂ ਕਰ ਸਕਦਾ। ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਉਹ ਟ੍ਰਾਂਸਫਰ ਕਿੱਦਾਂ ਕੀਤੀ ਲਵਲੀ ਯੂਨੀਵਰਸਿਟੀ ਨੂੰ, ਇਹਦੀਆਂ ਡਿਟੇਲਸ ਕਹਿੰਦੇ ਸਾਡੇ ਕੋਲ ਨਹੀਂ ਹੈ। ਜਾਨੀ ਉਹ ਲੋਕ ਸਭਾ ਦੇ ਮੈਂਬਰ ਹੋਣ ਕਰਕੇ ਆਮ ਆਦਮੀ ਪਾਰਟੀ ਦੇ, ਉਹਨਾਂ ਤੇ ਕਿਸੇ ਕਿਸਮ ਦਾ ਕੋਈ ਜਿਹੜਾ ਐਕਸ਼ਨ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਇੱਦਾਂ ਦੇ ਬਹਾਨੇ ਜੇ ਉਹ ਆਪਣੇ ਤੌਰ ਦੇ ਉੱਤੇ ਬਣਾ ਰਹੇ ਆ, ਪਰ ਉਹ ਹਰਦਾਸਪੁਰ ਪਿੰਡ ਦੀ ਪੰਚਾਇਤੀ ਜ਼ਮੀਨ ਹੈ, ਗੁਰਦੁਆਰੇ ਦੇ ਕੰਟਰੋਲ 'ਚ ਸੀਗੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੇ ਉਹਨਾਂ ਨੇ ਕਦੋਂ ਦਿੱਤੀ, ਕਿਵੇਂ ਦਿੱਤੀ, ਕੀ ਸਮਝੌਤਾ ਹੋਇਆ, ਕੁਝ ਨਹੀਂ ਪਤਾ। ਤੇ ਲਵਲੀ ਯੂਨੀਵਰਸਿਟੀ ਦਾ ਉਹ ਹਿੱਸਾ ਬਣੀ ਹੋਈ ਹੈ, ਇਸ ਵੇਲੇ 6 ਕਨਾਲ ਜ਼ਮੀਨ ਆ, ਇਹਦੇ ਤੇ ਹੁਣ ਰੌਲਾ ਪੈ ਰਿਹਾ ਵੀ ਕਿਸੇ ਲਈ ਹੋਰ ਤਰ੍ਹਾਂ ਦਾ ਕਹਿ ਲਓ ਵੀ ਵਤੀਰਾ ਆਮ ਆਦਮੀ ਪਾਰਟੀ ਸਰਕਾਰ ਦਾ, ਤੇ ਆਪਣੇ ਰਾਜ ਸਭਾ ਦੇ ਮੈਂਬਰ ਲਈ ਕਿਸੇ ਹੋਰ ਤਰ੍ਹਾਂ ਦਾ ਵਤੀਰਾ। ਇਹ ਹੁਣ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਹਦੇ ਤੇ ਜਵਾਬ ਕੋਈ ਨਹੀਂ ਸਰਕਾਰ ਨੇ ਦਿੱਤਾ। ਉਂਝ ਕੁਲਦੀਪ ਧਾਲੀਵਾਲ ਨੇ ਇਹ ਗੱਲ ਕਹੀ ਸੀ ਅੱਜ ਤੋਂ 2 ਮਹੀਨੇ ਪਹਿਲਾਂ, ਤਰੀਕ ਤੁਸੀਂ ਹੁਣੇ ਸਾਂਝੀ ਕੀਤੀ ਹੈ, ਵੀ ਇਹ ਨਜਾਇਜ਼ ਕਬਜ਼ਾ ਵੀ ਹਟਾਇਆ ਜਾਏ, ਪਰ ਹਟਾਇਆ ਨਹੀਂ ਜੀ। ਦਸਾਂਝ ਸਾਹਿਬ, ਜਿਹੜਾ ਚਲੋ ਰਲ ਗੱਡ ਲੱਗਦਾ ਵਾਕਈ ਹੋ ਗਈ ਖਬਰ, ਇਹ ਦੋ ਚੀਜ਼ਾਂ ਰਲ ਗਈਆਂ ਨੇ। ਜਿਹੜੀ 3600 ਏਕੜ ਵਾਲਾ ਆਰਡਰ ਕੀਤਾ ਹੋਇਆ ਉਹ ਤੇ ਮੋਹਾਲੀ ਦੀ ਅਦਾਲਤ, ਮੋਹਾਲੀ ਦੇ ਹੀ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਆਰਡਰ ਹੋਇਆ, ਤੇ ਜ਼ਮੀਨ ਵੀ ਜਿਹੜੀ ਜਿੱਥੇ ਪਹਿਲਾਂ ਇਹਨਾਂ ਨੇ ਖਾਲੀ ਕਰਾਈ ਐ ਬਿਲਕੁਲ ਉਸੇ ਮਾਜਰੀ ਬਲਾਕ ਦੇ ਵਿੱਚ ਹੀ ਉਹ ਜ਼ਮੀਨ ਆਉਂਦੀ ਆ, ਤੇ ਉਹਦੀ ਕੀ ਗੱਲ ਹੈ, ਉਹਦੇ ਵਿੱਚ ਕਿਉਂ ਦੇਰੀ ਹੋ ਰਹੀ ਆ? ਉਹਦੇ ਵਿੱਚ ਕੋਈ ਕਾਨੂੰਨੀ ਅੜਿੱਚਣ ਹੈ ਜਾਂ ਕੀ ਕਾਰਨ ਹੈ ਕਿ ਉਹਦਾ 3600 ਕੁਝ ਏਕੜ ਦੀ ਗੱਲ ਕੀਤੀ ਜਾ ਰਹੀ ਆ, ਉਹ ਜ਼ਮੀਨ ਨੂੰ ਸਰਕਾਰੀ ਕਬਜ਼ੇ 'ਚ ਲੈਣ ਦੀ ਕਾਰਵਾਈ ਕਿਉਂ ਨਹੀਂ ਹੋਈ, ਜਦੋਂ ਕਿ 2800 ਏਕੜ ਵਾਲੀ ਜ਼ਮੀਨ ਤੋਂ ਪਹਿਲਾਂ ਦਾ ਉਹ ਆਰਡਰ ਹੋਇਆ? ਤੇ ਕਿਤੇ ਇਦਾਂ ਤਾਂ ਨਹੀਂ ਕਿ ਉਹਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ ਪਰਿਵਾਰ ਦੀ ਜ਼ਮੀਨ ਸੀ ਤੇ ਉਹਨੂੰ ਸਿਆਸੀ ਇਹਦਾ ਫਾਇਦਾ ਚੁੱਕਣ ਲਈ ਪਹਿਲਾਂ ਉਹਨੂੰ ਫੜਿਆ ਗਿਆ ਕਿ ਜਿਹੜਾ ਬਿਆਨਬਾਜ਼ੀ ਕਰ ਰਹੇ ਨੇ ਸਿਮਰਜੀਤ ਮਾਨ, ਉਹਨਾਂ ਨੂੰ ਥੋੜੀ ਜਿਹੀ ਨੱਥ ਪਾਈ ਜਾਵੇ? ਕਿਤੇ ਇਦਾਂ ਦੀ ਸਿਆਸੀ ਚਾਲ ਵੀ ਹੋ ਸਕਦੀ? ਨਹੀਂ, ਪੋਸੀਬਿਲਿਟੀ ਹੈ ਕਿ ਤੁਸੀਂ ਵਿਰੋਧੀਆਂ ਨੂੰ ਪਹਿਲਾਂ ਫੜਦੇ ਹੋ। ਹੁਣ ਜਿਹੜੀ ਸਭ ਤੋਂ ਪਹਿਲਾਂ ਐਕਸ਼ਨ ਹੋਇਆ ਸੀ ਉਹ ਆਮ ਆਦਮੀ ਪਾਰਟੀ ਦੇ ਟਿਕਟ ਤੇ ਚੋਣ ਲੜ ਚੁੱਕੇ ਸੀ ਕਰਨਲ, ਉਹਨਾਂ ਦਾ ਨਾਮ ਹੁਣ ਮੈਂ ਭੁੱਲਦਾ, ਵਿਕਰਮ ਸਿੰਘ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਕੈਪਟਨ ਵਿਕਰਮ ਸਿੰਘ ਜੀ, ਹਾਂਜੀ ਕੈਪਟਨ ਵਿਕਰਮ ਸਿੰਘ। ਜੇ ਉਹ ਆਮ ਆਦਮੀ ਪਾਰਟੀ 'ਚ ਹੁੰਦੇ ਸ਼ਾਇਦ ਉਹਨਾਂ ਤੇ ਐਕਸ਼ਨ ਨਾ ਹੁੰਦਾ। ਉਹ ਆਮ ਆਦਮੀ ਪਾਰਟੀ 'ਚ ਰਹੇ ਆ, ਪਰ ਆਮ ਆਦਮੀ ਪਾਰਟੀ ਛੱਡ ਚੁੱਕੇ ਸੀ। ਸਭ ਤੋਂ ਪਹਿਲਾਂ ਐਕਸ਼ਨ ਉੱਥੇ ਹੋਇਆ। ਰੂਟੀਨ ਦੇ ਵਿੱਚ ਹੀ ਆਮ ਤੌਰ ਦੇ ਉੱਤੇ ਐਕਸ਼ਨ ਜਿਹੜੇ ਇਦਾਂ ਦੇ ਹੁੰਦੇ ਆ, ਉਹਦੇ 'ਚ ਫਿਰ ਟਾਰਗੇਟ ਜਿਹੜੇ ਪਹਿਲਾਂ ਵਿਰੋਧੀ ਹੁੰਦੇ ਉਹਨਾਂ ਨੂੰ ਕੀਤਾ ਜਾਂਦਾ। ਇਹ ਤਾਂ ਪਤਾ ਨਹੀਂ ਲੱਗਾ ਪਹਿਲਾਂ ਇਹਨਾਂ ਨੂੰ ਜੋ 2828 ਏਕੜ ਜਾਂ ਪਹਿਲਾਂ ਉਹਨਾਂ ਕੋਲ ਆਰਡਰ ਨਹੀਂ ਸੀ ਅਦਾਲਤ ਦੇ, ਉਹ ਜੇ ਕਿਤੇ ਲੋਕ ਸਭਾ ਚੋਣ ਤੋਂ ਪਹਿਲਾਂ ਪਤਾ ਹੁੰਦਾ, ਸੰਗਰੂਰ ਦੀ ਲੋਕ ਸਭਾ ਚੋਣ ਤੋਂ ਪਹਿਲਾਂ ਜਿੱਦਾਂ ਚੜ੍ਹਦੀ ਚੋਣਾਂ ਦੇ ਦੌਰਾਨ ਦਿਸਣ ਲੱਗ ਪਈ ਸੀ ਵੀ ਸਿਮਰਜੀਤ ਸਿੰਘ ਮਾਨ ਦੀ ਹਵਾ ਜੀ ਚੱਲ ਪਈ ਆ, ਤੇ ਸ਼ਾਇਦ ਉਹ ਪਹਿਲੇ ਐਕਸ਼ਨ ਹੋ ਜਾਂਦਾ ਤੇ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਮਾਮੂਲੀ ਲੀਡ ਨਾਲ ਜਿੱਤ ਹੋਈ ਹੈ ਉਹ ਸ਼ਾਇਦ ਨਾ ਵੀ ਹੁੰਦੀ, ਪਰ ਇਹ ਵੀ ਬਾਅਦ ਚ ਸ਼ਾਇਦ ਉਹਨਾਂ ਨੂੰ ਪਤਾ ਲੱਗਾ ਤੇ ਉਹ ਪਹਿਲਾ ਐਕਸ਼ਨ ਹੋ ਗਿਆ। ਪਰ 3600 ਏਕੜ ਵਾਲੇ ਮਸਲੇ ਤੇ ਹੋ ਸਕਦਾ ਕਾਨੂੰਨਨ ਕੋਈ ਚੀਜ਼ਾਂ ਅੜਿੱਕੇ ਹੋਣ, ਸਰਕਾਰ ਦਾ ਭਾਵੇਂ ਆਰਡਰ ਹੋਵੇ ਪਰ ਅਦਾਲਤ ਦੇ ਵਿੱਚ ਹੋ ਸਕਦਾ ਕੁਝ ਕੇਸ ਪੈਂਡਿੰਗ ਹੋਣ, ਜਿਹਦੇ ਕਰਕੇ ਇਹਦੇ ਤੇ ਹਾਲੇ ਐਕਸ਼ਨ ਨਾ ਹੋਇਆ ਹੋਵੇ। ਤੇ ਉਂਝ ਇੱਥੇ ਕੋਈ ਉਹ ਲਵਲੀ ਯੂਨੀਵਰਸਿਟੀ ਵਾਲੇ ਦੀ ਕੋਈ ਜ਼ਮੀਨ ਇਹਨਾਂ 3600 ਏਕੜ 'ਚ, ਇਹਦੀ ਖਬਰ ਮੇਰੇ ਕੋਲ ਤਾਂ ਨਹੀਂ ਹੈ। ਨਹੀਂ, ਮੈਨੂੰ ਲੱਗਦਾ ਉਹ ਖਬਰ ਵਾਕਿਆ ਉਹ ਲੱਗਦਾ ਖਬਰ ਰਲਗੱਡ ਹੋ ਗਈ ਆਪਣੀ। 3600 ਏਕੜ ਵਾਲਾ ਵੱਖਰਾ ਮਸਲਾ ਹੈ ਤੇ ਲਵਲੀ ਯੂਨੀਵਰਸਿਟੀ ਵਾਲਾ ਤੇ ਤੁਸੀਂ ਸ਼ੇਖ ਨਾਲ ਦਾ ਹੁਣ ਕਲੀਅਰ ਕਰ ਹੀ ਦਿੱਤਾ ਕਿ ਉਹ ਵੱਖਰਾ ਮਸਲਾ ਹੈ। ਪਰ ਕਿਉਂਕਿ ਇਹ ਗੱਲ ਹਾਈਲਾਈਟ ਇਸ ਤਰ੍ਹਾਂ ਹੋ ਰਹੀ ਸੀ ਕਿ ਇੱਕ ਰਾਜ ਸਭਾ ਦਾ MP ਹੋਣ ਦੇ ਕਰਕੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ, ਤੇ ਉਹ ਖਬਰ ਸ਼ਾਇਦ ਸਮਝਣ 'ਚ ਜਾਂ ਕਹਿਣ 'ਚ ਕੋਈ ਜਿਹੜੀ ਸ਼ਬਦਾਂ ਦੀ ਕੋਈ ਗੱਲ ਹੋ ਗਈ ਹੋਏਗੀ। ਚਲੋ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਹੈ ਅਕਾਲੀ ਦਲ ਦਾ ਜੋ ਚੱਲ ਰਿਹਾ ਇਸ ਵੇਲੇ ਸਿਆਸੀ ਸੰਕਟ। ਕਿਹਾ ਜਾਂਦਾ ਹੈ ਕਿ ਸੁਖਬੀਰ ਬਾਦਲ ਦੀ ਰੀ ਚੰਦੂ ਮਾਜਰਾ ਦੇ ਘਰ ਵੀ ਪਹੁੰਚ ਗਏ, ਸਰੋਪਾ ਵੀ ਪਵਾ ਲਿਆ, ਤੇ ਅੰਦਰੋਂ ਅੰਦਰੀ ਬਗਾਵਤ ਦੀਆਂ ਸੁਰਾਂ ਵੱਡੀ ਪੱਧਰ ਤੇ ਉੱਠ ਰਹੀਆਂ ਨੇ, ਜਿਸ 'ਚ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਤੇ ਅਕਾਲੀ ਦਲ ਦੀ ਪ੍ਰਧਾਨਗੀ ਖੁਦ ਨਾ ਛੱਡਣ ਦਾ ਜਿਹੜਾ ਮਸਲਾ ਆ ਉਹ ਹੁਣ ਫਿਰ ਉਭਾਰਿਆ ਜਾ ਰਿਹਾ ਕਿ ਜਿਹੜੇ ਤੇ ਅਕਾਲੀ ਦਲ ਦੇ ਫਾਊਂਡਰ ਮੈਂਬਰ ਆ, ਪੁਰਾਣੇ ਮੈਂਬਰ ਆ, ਉਹ ਤੇ ਘਰ ਬਿਠਾ ਦਿੱਤੇ ਗਏ, ਤੇ ਪ੍ਰਧਾਨ ਜੀ ਆਪ ਅਜੇ ਵੀ ਬਣੇ ਹੋਏ ਆ। ਜਦੋਂ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਹਦੀਆਂ ਜਿਹੜੀਆਂ ਹੈਗੀਆਂ ਸੀਗੀਆਂ ਸੁਜੈਸ਼ਨ ਦਿੱਤੀਆਂ ਹੋਈਆਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਜੋ ਨਿਰਣੇ ਲਏ ਸੀ ਉਹ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੇ ਜਾ ਰਹੇ, ਤੇ ਉਹ ਬਗਾਵਤੀ ਸੁਰਾਂ ਉੱਠ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਕਾਲੀ ਦਲ ਦਾ ਹੁਣ ਕੀ ਪ੍ਰਧਾਨ ਜੀ ਦੇ ਖਿਲਾਫ ਜਿਹੜਾ ਇਹ ਉੱਠ ਰਿਹਾ ਇੱਕ ਰੁਬਾਬ ਰੋਲਾ ਹੈ, ਇਹ ਥੰਮ ਜਾਏਗਾ ਜਾਂ ਫਿਰ ਅਕਾਲੀ ਦਲ ਅਜੇ ਹੋਰ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਥੱਲੇ ਜਾਏਗਾ, ਹੋਰ ਜ਼ਿਆਦਾ ਇਹ 'ਚ ਪਾਟਕ ਪੈਣ ਦੀ ਸੰਭਾਵਨਾ ਬਣੀ ਹੋਈ ਆ? ਦੂਜੇ ਪਾਸੇ ਕੁਝ ਵੱਡੇ ਲੀਡਰ ਚੰਦੂ ਮਾਜਰਾ ਸਮੇਤ ਕਿਹਾ ਜਾ ਰਿਹਾ ਹੈ ਕਿ BJP ਦੀ ਬਾਜ ਆਖਿਆ ਉਹਨਾਂ ਤੇ ਉਹ ਵੀ ਅੰਦਰ ਖਾਤੇ ਮੁਲਾਕਾਤਾਂ ਕਰਦੇ ਫਿਰਦੇ ਆ। ਇਹ ਜਿਹੜਾ ਸਾਰਾ ਘਟਨਾਕ੍ਰਮ ਹੈ ਇਹਨੂੰ ਥੋੜਾ ਜਿਹਾ ਵਿਸਤਾਰ ਦਿਓ ਖਾਂ ਭਲਾ ਕੀ ਹੋ ਰਿਹਾ? ਦੇਖੋ, ਨੰਬਰ 1 ਗੱਲ ਤਾਂ ਇਹ ਆ ਗਿੱਲ ਸਾਹਿਬ ਵੀ ਇਹ ਜ਼ਰੂਰੀ ਸੀ ਵੀ ਜੇ ਤੁਸੀਂ ਸੱਚਮੁੱਚ ਕੋਈ ਐਕਸ਼ਨ ਕਰ ਰਹੇ ਹੋ ਵੀ ਪਾਰਟੀ ਨੂੰ ਰੀਆਰਗੇਨਾਈਜ਼ ਕਰਨਾ, ਤੇ ਤੁਸੀਂ
ਪਾਰਟੀ ਦੀਆਂ ਸਾਰੀਆਂ ਇਕਾਈਆਂ ਜਿਹੜੀਆਂ ਆ ਜਾਂ ਵੱਖ-ਵੱਖ ਜਿਹੜੇ ਵਿੰਗਸ ਹੈ ਉਹ ਭੰਗ ਕਰ ਰਹੇ ਹੋ, ਜਾਂ ਪਾਰਟੀ ਦੇ ਡਿਸਟ੍ਰਿਕਟ ਜਿਹੜੇ ਯੂਨਿਟਸ ਨੇ ਜਾਂ ਟੋਟਲ ਸਟੇਟ ਯੂਨਿਟਸ ਸਾਰਾ ਕੁਝ ਭੰਗ ਕਰ ਦਿੱਤਾ। ਵੀ ਤੁਸੀਂ ਰੀਆਰਗੇਨਾਈਜ਼ ਕਰਨਾ ਪਾਰਟੀ ਨੂੰ, ਦੁਬਾਰਾ ਤੋਂ ਚੋਣਾਂ ਹੋਣਗੀਆਂ ਤੇ ਪਾਰਟੀ 'ਚ ਨਵੀਆਂ ਅਹੁਦੇਦਾਰੀਆਂ ਉਸ ਢੰਗ ਦੇ ਨਾਲ ਮਿਲਣਗੀਆਂ, ਫਿਰ ਤਾਂ ਲਾਜ਼ਮੀ ਤੌਰ ਦੇ ਉੱਤੇ ਪ੍ਰਧਾਨ ਸਾਹਿਬ ਨੂੰ ਵੀ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਸੀ। ਤੁਸੀਂ ਸਾਰਾ ਕੁਝ ਭੰਗ ਕਰ ਦੋ ਤੇ ਆਪ ਪ੍ਰਧਾਨ ਬਣੇ ਰਹੋ, ਤੇ ਇਹ ਤਾਂ ਕੋਈ ਇੰਟਰਨਲ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਆ ਪਾਰਟੀ ਦੇ ਵਿੱਚ। ਚਾਹੀਦਾ ਤਾਂ ਇਹੀ ਹੈ ਕਿ ਪਾਰਟੀ ਦੀਆਂ ਜਿੱਦਾਂ ਬਾਕੀ ਇਕਾਈਆਂ ਜਾਂ ਵਿੰਗਸ ਭੰਗ ਕੀਤੇ ਗਏ, ਅਹੁਦੇਦਾਰੀਆਂ ਜਿਹੜੀਆਂ ਆ ਉਹ ਭੰਗ ਕਰ ਦਿੱਤੀਆਂ ਗਈਆਂ। ਸਰਦਾਰ ਸੁਖਬੀਰ ਸਿੰਘ ਬਾਦਲ ਵੀ ਆਪਣੇ ਆਪ ਨੂੰ ਪੇਸ਼ ਕਰਦੇ ਕਿ ਮੈਂ ਵੀ ਹੁਣ ਪ੍ਰਧਾਨ ਨਹੀਂ ਹਾਂ, ਰੂਟੀਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਸਾਡੀ ਪਾਰਟੀ ਦੀਆਂ ਤੇ ਉਹਦੇ ਮੁਤਾਬਕ ਜਿਹੜੇ ਨਵੇਂ ਅਹੁਦੇਦਾਰ ਚੁਣੇ ਜਾਣਗੇ। ਪਰ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਖਤਮ ਹੋ ਚੁੱਕਾ। ਜਿਹੜੀਆਂ ਅਹੁਦੇਦਾਰੀਆਂ ਵੀ ਬਖਸ਼ੀਆਂ ਜਾਂਦੀਆਂ ਉਹ ਸਿਰਫ ਇੱਕ ਪ੍ਰੈਸ ਨੋਟ ਹੀ ਜਾਰੀ ਹੁੰਦਾ ਹੈ ਵੀ ਹਾਂ ਵੀ ਆ ਫਲਾਣੇ ਜ਼ਿਲ੍ਹੇ ਦਾ ਇਹਨੂੰ ਪ੍ਰਧਾਨ ਲਾਤਾ, ਤਾਂ ਜਾਂ ਇਹਨੂੰ ਸਟੇਟ ਦਾ ਜਨਰਲ ਸੈਕਟਰੀ ਲਾਤਾ, ਇਹਨੂੰ ਪ੍ਰਧਾਨ ਲਾਤਾ, ਤੇ ਇਸੇ ਢੰਗ ਦੇ ਨਾਲ ਹੁਣ ਦੁਬਾਰਾ ਤੋਂ ਅਹੁਦੇਦਾਰੀਆਂ ਫੇਰ ਜਿਹੜੀਆਂ ਉਹ ਵੰਡੀਆਂ ਜਾਣੀਆਂ। ਕੋਈ ਚੋਣਾਂ ਦਾ ਮਾਹੌਲ ਨਹੀਂ ਹੈ ਜਿੱਦਾਂ ਆਮ ਤੌਰ ਤੇ ਪਾਰਟੀ ਦੇ ਅੰਦਰ ਇੱਕ ਇਲੈਕਸ਼ਨ ਪ੍ਰੋਸੈਸ ਹੁੰਦਾ, ਉਹ ਏਦਾਂ ਦਾ ਪ੍ਰੋਸੈਸ ਸ਼੍ਰੋਮਣੀ ਅਕਾਲੀ ਦਲ 'ਚ ਤਾਂ ਬਹੁਤ ਦੇਰ ਦਾ ਬੰਦ ਹੋ ਚੁੱਕਾ। ਵੀ ਬਕਾਇਦਾ ਕਾਨਫਰੰਸ ਬੁਲਾਈ ਜਾਵੇ, ਡੈਲੀਗੇਟ ਇਜਲਾਸ ਹੋਵੇ, ਜਿਹਦੇ 'ਚ 3 ਦਿਨ ਦਾ ਇਜਲਾਸ ਹੋਵੇ, ਉਹਦੇ 'ਚ ਸਾਰੀਆਂ ਰਿਪੋਰਟਸ ਪੇਸ਼ ਹੋਣ, ਉੱਥੇ ਸੰਵਾਦ ਹੋਵੇ, ਬਹਿਸਾਂ ਹੋਣ, ਤੇ ਉਸ ਤੋਂ ਬਾਅਦ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਦੇ ਨਾਲ ਪਾਰਟੀ ਦੀ ਟੋਟਲ ਜਿਹੜੀ ਹੈ ਸਟੇਟ ਬੋਡੀ ਚੁਣੀ ਜਾਵੇ। ਫਿਰ ਇਸ ਤਰ੍ਹਾਂ ਦਾ ਇਹ ਤਹਿਸੀਲ ਲੈਵਲ ਤੋਂ ਡਿਸਟ੍ਰਿਕਟ ਤੋਂ ਸਟੇਟ ਤੱਕ ਆਮ ਤੌਰ ਤੇ ਇੱਕ ਹੀ ਪ੍ਰਕਿਰਿਆ ਹੁੰਦੀ ਹੈ। ਇੱਕ ਕਿਸੇ ਵੀ ਜਮਹੂਰੀ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਪਾਰਟੀ ਦੇ ਅਹੁਦੇਦਾਰ ਚੁਣੇ ਜਾਣੇ ਆ। ਇਹ ਤਾਂ ਖਤਮ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਚੋਂ, ਤੇ ਇਸ ਕਰਕੇ ਕੋਈ ਸੰਭਾਵਨਾ ਨਹੀਂ ਹੈ ਕਿ ਜਿਹੜੀਆਂ ਨਵੀਆਂ ਅਹੁਦੇਦਾਰੀਆਂ ਵੀ ਉਹ ਵੀ ਕੋਈ ਇੱਕ ਪ੍ਰੋਸੈਸ ਹੋਏਗਾ, ਕੋਈ ਇਲੈਕਸ਼ਨ ਪ੍ਰੋਸੈਸ ਹੋਏਗਾ, ਉਹਦੇ ਮੁਤਾਬਕ ਨਵੀਆਂ ਅਹੁਦੇਦਾਰੀਆਂ ਹੋਣਗੀਆਂ, ਲੋਕ ਚੁਣੇ ਜਾਣਗੇ। ਤੇ ਪ੍ਰਧਾਨ ਜੀ ਨੇ ਤਾਂ ਆਪਣੀ ਕੁਰਸੀ ਛੱਡੀ ਹੋਈ ਨਹੀਂ ਆ, ਉਹ ਤਾਂ ਰਹਿਣਗੇ, ਇਹ ਉਹਨਾਂ ਨੇ ਤਹਈਆ ਕਰ ਲਿਆ। ਹੁਣ ਇਹ ਹੈ ਕਿ ਉਹਨਾਂ ਦੇ ਖਿਲਾਫ ਕਿੰਨੀ ਬਗਾਵਤ ਦਾ ਲੈਵਲ ਕੀ ਹੈ। ਉਹਦੇ 'ਚ 2 ਲੈਵਲ ਮੈਂ ਸਮਝਦਾ ਕਿ ਇੱਕ ਤਾਂ ਜਿਹੜੇ ਜਿੱਦਾਂ ਤੁਸੀਂ ਕਿਹਾ ਕਿ ਚੰਦੂਮਾਜਰਾ ਦੇ ਘਰੇ ਜਾਏ, ਸਰੂਪਾਏ ਪਾਤਾ, ਉਹ ਤਾਂ ਚੱਲਦਾ ਰਹਿਣਾ ਸਾਰਾ ਕੁਝ। ਦੇਖੋ ਲੀਡਰਸ਼ਿਪ ਦੇ ਵਿੱਚ ਜਿਹੜੀ ਕੋਈ ਇੱਕ ਵਿਰੋਧ ਦਿਖਾਈ ਦੇ ਰਹੇ ਨੇ, ਉਹਦੇ 'ਚ ਰਾਸ਼ਟਰਪਤੀ ਦੀ ਚੋਣ ਦੇ ਦੌਰਾਨ ਮਨਪ੍ਰੀਤ ਇਆਲੀ ਦਾ ਵੋਟ ਨਾ ਪਾਉਣਾ, ਬਾਈਕਾਟ ਕਰਨਾ, ਉਹਨੂੰ ਇੱਕ ਵਿਰੋਧ ਦੇ ਤੌਰ ਤੇ ਦੇਖਿਆ ਗਿਆ। ਫਿਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਇਹ ਕਹਿਣਾ ਕਿ ਦੇਖੋ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਹੈ ਉਹ ਡਾਇਰੈਕਟ ਜਿਹੜੀ ਆ ਕੋਰ ਕਮੇਟੀ ਦੀ ਲਿਜਾਈ ਗਈ, ਰਿਵਿਊ ਕਮੇਟੀ ਕੋ ਆਈ ਨਹੀਂ, ਇਹ ਗਲਤ ਹੈ। ਇਹ ਵਿਰੋਧ ਉਹਨਾਂ ਦਾ। ਤੇ ਫਿਰ ਜਗਮੀਤ ਬਰਾੜ ਦਾ ਵਿਰੋਧ, ਇਹ ਵਿਰੋਧ ਵੀ ਜਿਹੜਾ ਲੀਡਰਸ਼ਿਪ ਦੇ ਵਿੱਚ ਦਿਖਾਈ ਦੇ ਰਿਹਾ ਹੈ ਬਾਦਲਾਂ ਦੇ ਖਿਲਾਫ, ਇਹ ਵਿਰੋਧ ਵੀ ਆਰਗੇਨਾਈਜ਼ਡ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਧੜਾ ਨਹੀਂ ਉੱਪਰ ਦਾ ਦਿਖਾਈ ਦੇ ਰਿਹਾ ਵੀ 8-10 ਵੱਡੇ ਲੀਡਰ ਹੈ ਤੇ ਉਹ ਸਖਤੀ ਦੇ ਨਾਲ ਇਹ ਗੱਲ ਕਹਿ ਰਹੇ ਆ। ਉਹ ਆਪਣੇ ਲੈਵਲ ਤੇ ਉਹਨਾਂ ਨੇ ਵੱਖ-ਵੱਖ ਢੰਗ ਦੇ ਨਾਲ ਜਿਹੜੀ ਆਲੋਚਨਾ ਉਹਨਾਂ ਨੇ ਕੀਤੀ ਹੈ, ਤੇ ਉਹ ਵੀ ਆਰਗੇਨਾਈਜ਼ਡ ਨਹੀਂ ਹੈ, ਜਥੇਬੰਦਕ ਨਹੀਂ ਹੈ। ਸੋ ਇਸ ਕਰਕੇ ਲੀਡਰਸ਼ਿਪ ਦਾ ਵਿਰੋਧ ਉਹ ਇਸ ਕਿਸਮ ਦਾ ਜਿਹੜਾ ਇਕੱਲਾ ਵਿਰੋਧ ਹੈ ਉਹ ਇਕਸੁਰ ਨਹੀਂ ਹੈ, ਤੇ ਉਹ ਕੋਈ ਲੀਡ ਕਰਨ ਦੀ ਸਥਿਤੀ 'ਚ ਨਹੀਂ ਹੈ ਵੀ ਬਾਦਲਾਂ ਦੇ ਖਿਲਾਫ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਚ ਵੱਡੀ ਬਗਾਵਤ ਹੋ ਗਈ ਹੋਵੇ ਤੇ ਉਹ ਲੀਡ ਕਰ ਰਹੇ ਹੋਣ ਆ ਬੰਦੇ, ਏਦਾਂ ਦੀ ਸ਼ਕਲ ਜੀ ਨਹੀਂ ਉੱਭਰ ਰਹੀ। ਦੂਜਾ ਵਿਰੋਧ ਹੈਗਾ ਆਮ ਵਰਕਰਾਂ ਦੇ ਵਿੱਚ, ਜਿਹਨੂੰ ਅਸੀਂ ਇੱਕ ਆਮ ਜ਼ੁਬਾਨ ਦੇ ਵਿੱਚ ਟਕਸਾਲੀ ਕਹਿ ਦਿੰਦੇ ਹਾਂ। ਜਿੱਦਾਂ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਇਕੱਠ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉਹ ਬਜ਼ੁਰਗ ਅਕਾਲੀ ਜਿਹੜੇ ਆ ਉਹਨਾਂ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਇਹ ਠੀਕ ਨਹੀਂ ਹੈ ਵੀ ਹੁਣ ਬਾਦਲਾਂ ਨੂੰ ਜਿਹੜਾ ਆ ਲੀਡਰਸ਼ਿਪ ਤੋਂ ਹਟ ਜਾਣਾ ਚਾਹੀਦਾ। ਇਹ ਜਿਹੜਾ ਵਿਰੋਧ ਵੀ ਹੈ ਥੱਲੇ ਦੇ ਲੈਵਲ ਦੇ ਉੱਤੇ ਆਮ ਵਰਕਰ ਦੇ ਵਿੱਚ, ਉਹ ਵੀ ਆਰਗੇਨਾਈਜ਼ਡ ਨਹੀਂ ਹੈ, ਉਹ ਵੀ ਟਾਵੇਂ ਥਾਵਾਂ ਤੇ ਹੈ। ਕੋਈ ਵੱਡਾ ਵਿਰੋਧ ਤੇ ਉਹਨਾਂ ਨੂੰ ਲੀਡ ਕਰਨ ਵਾਲਾ ਵੀ ਕੋਈ ਨਹੀਂ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੱਡੀ ਬਗਾਵਤ ਇਸ ਵੇਲੇ ਕੋਈ ਜਿਹੜੀ ਆ ਉਹਦੀ ਕੋਈ ਸੰਭਾਵਨਾ ਪਨਪ ਰਹੀ ਹੈ। ਥੋੜੇ ਬਹੁਤ ਵਿਰੋਧ ਹੋਣਗੇ, ਤੇ ਜਿਹੜੇ ਵਿਰੋਧ ਹੈ ਜਿੱਦਾਂ ਤੁਸੀਂ ਸਵਾਲ ਤੇ ਕਿਹਾ ਵੀ ਚੰਦੂਮਾਜਰਾ ਦੇ ਉੱਤੇ ਜਾਂ ਕੁਝ ਹੋਰ ਲੋਕਾਂ ਤੇ ਬੀਜੇਪੀ ਦੀ ਅੱਖ ਹੈ, ਏਦਾਂ ਦੇ ਵਿਰੋਧ ਕਰਕੇ ਆਪਣੇ ਆਪ ਨੂੰ ਪੇਸ਼ ਕਰ ਸਕਦੇ ਨੇ ਕੁਝ ਲੋਕ, ਜਗਮੀਤ ਬਰਾੜ ਵਰਗੇ ਲੋਕ, ਮਨਪ੍ਰੀਤ ਇਆਲੀ ਵਰਗੇ, ਚੰਦੂਮਾਜਰਾ ਵਰਗੇ, ਵੀ ਤਾਂ ਜੋ ਉਹਨਾਂ ਨੂੰ ਚੁਣ ਲਵੇ ਭਾਰਤੀ ਜਨਤਾ ਪਾਰਟੀ, ਉਹਨਾਂ ਤੇ ਨਿਗਾਹ ਟਿਕਾ ਲਵੇ ਤੇ ਉਹਨਾਂ ਨੂੰ ਪਿਕ ਕਰ ਲਵੇ। ਏਦਾਂ ਦਾ ਮਾਹੌਲ ਬਣਾ ਕੇ ਸ਼ਾਇਦ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਆ ਉਹਨੂੰ ਕੇਂਦਰੀ ਸੱਤਾ ਦੇ ਨਾਲ ਜੋੜ ਕੇ ਅੱਗੇ ਵਧਾਉਣ ਦੀ ਸ਼ਾਇਦ ਉਹਨਾਂ ਦੀ ਕੋਈ ਮਨਸ਼ਾ ਹੋ ਸਕਦੀ ਹੈ।
ਤੇ ਉਂਝ ਇਹ ਹੈ ਕਿ ਅਕਾਲੀ ਦਲ ਦੀ ਹਾਲਤ ਤਾਂ ਪਾਣੀਓਂ ਪਤਲੀ ਹੈ, ਤੇ ਜਿਸ ਤਰ੍ਹਾਂ ਚੱਲ ਰਿਹਾ ਕੰਮ ਉਹ ਹੋਰ ਪਤਲੀ ਹੋ ਜਾਣੀ ਹੈ। ਤੇ ਉਹ ਇਹਦੇ ਤੇ ਆਪਾਂ ਲੰਬੀ ਗੱਲਬਾਤ ਕਰ ਚੁੱਕੇ ਸੀ ਵੀ ਜੇ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਪੈਰਾਂ ਸਿਰ ਕਰਨਾ ਤੇ ਬਾਦਲਾਂ ਨੂੰ ਖੁਦ ਹੀ ਜਿਹੜਾ ਆ ਪਿੱਛੇ ਹਟ ਜਾਣਾ ਚਾਹੀਦਾ। ਹਾਲ ਫਿਲਹਾਲ ਉਂਝ ਕੋਈ ਸੰਭਾਵਨਾ ਕੋਈ ਵੱਡੇ ਪੱਧਰ ਦੇ ਉੱਤੇ ਨਹੀਂ ਦਿਖਾਈ ਦੇ ਰਹੀ, ਕੋਈ ਲੀਡਰ ਵੀ ਨਹੀਂ ਦਿਖਾਈ ਦੇ ਰਿਹਾ ਜਿਹਦੇ ਕੋਲ ਕੋਈ ਇਹ ਸਾਰੀਆਂ ਚੀਜ਼ਾਂ ਹੋਣ, ਜਿਹਦੇ ਕੋਲ ਇਕਨੋਮੀ ਵੀ ਥੋੜੀ ਹੋਵੇ, ਜਿਹਦੇ ਪਿੱਛੇ ਕੁਝ 4 ਬੰਦੇ ਦਿਖਾਈ ਦਿੰਦੇ ਹੋਣ। ਏਦਾਂ ਦਾ ਮਾਹੌਲ ਨਹੀਂ ਹੈ। ਸੋ ਅਕਾਲੀ ਦਲ ਦੀ ਹਾਲਤ ਉਹ ਮਾੜੀ ਹੈ ਤੇ ਬਾਦਲਾਂ ਨੇ ਇਹਨੂੰ ਹੋਰ ਜ਼ਿਆਦਾ ਮਤਲਬ ਪਾਣੀਓਂ ਪਤਲੇ ਕਰ ਦੇਣਾ ਜੀ। ਦਸਾਂਝ ਸਾਹਿਬ, ਆਪਾਂ ਬਹੁਤ ਦੇਰ ਤੋਂ ਸੁਣਦੇ ਆਏ ਹਾਂ, ਜਦੋਂ ਤੋਂ ਬਾਦਲ ਸਾਹਿਬ ਪੰਜਾਬ ਦੀ ਸੱਤਾ ਤੇ ਕਾਬਜ਼ ਰਹੇ, ਵੱਡੇ ਬਾਦਲ ਸਾਹਿਬ ਦੀ ਮੈਂ ਗੱਲ ਕਰ ਰਿਹਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਆਸਤ ਦੀ ਇੰਨੀ ਡੂੰਘੀ ਸਮਝ ਰੱਖਦੇ ਆ ਕਿ ਪੰਜਾਬ 'ਚ ਕਿਤੇ ਕੀੜੀ ਵੀ ਤੁਰੀ ਜਾਂਦੀ ਹੋਵੇ ਤੇ ਉਹਨਾਂ ਦੀ ਨਿਗਾਹ 'ਚ ਰਹਿੰਦੀ ਆ। ਤੇ ਪੰਜਾਬ 'ਚ ਉਹਨਾਂ ਦੇ ਜੀਂਦਿਆਂ ਜੀ, ਉਹਨਾਂ ਦੇ ਅਜੇ ਉਹ ਬਿਲਕੁਲ ਸਹੀ ਸਲਾਮਤ ਨੇ, ਉਹਨਾਂ ਦੇ ਹੁੰਦਿਆਂ ਸੁਣਦਿਆਂ ਇੰਨੇ ਰਸਾਤਲ 'ਚ ਚਲ ਜਾਂਦੀ ਹੈ ਉਹ ਪਾਰਟੀ, ਜਿਹਦੇ ਬਲਬੂਤੇ ਉਹ ਪਰਿਵਾਰ ਜਿਹੜਾ ਆ ਉਹ ਇੱਕ ਅਨਨੋਨ ਪਰਿਵਾਰ ਤੋਂ ਬਾਦਸ਼ਾਹ ਵਰਗਾ ਪਰਿਵਾਰ ਬਣ ਗਿਆ। ਬਹੁਤ ਕੁਝ ਮਿਲਿਆ ਉਹਨਾਂ ਨੂੰ ਉਸ ਪਾਰਟੀ ਤੋਂ। ਤੇ ਅਕਾਲੀ ਦਲ ਨੂੰ ਮੁੜ ਬਚਾਉਣ ਲਈ ਵੱਡੇ ਬਾਦਲ ਸਾਹਿਬ MLA ਦੀ ਇਲੈਕਸ਼ਨ ਲੜਨ ਲਈ ਤੇ ਰਾਜੀ ਹੋ ਜਾਂਦੇ ਆ, ਤੇ ਆਪਣੇ ਪੁੱਤਰ ਨੂੰ ਜਿਹੜੀ ਕੋਈ ਨੇਕ ਰਾਏ ਜਾਂ ਕੋਈ ਮਸ਼ਵਰਾ ਐਸਾ ਨਹੀਂ ਦੇ ਸਕਦੇ। ਆਪਾਂ ਜਦੋਂ ਮੰਨ ਲੈਂਦੇ ਆ ਕਿ ਉਹ ਬੜੇ ਵੱਡੇ ਸਿਆਸਤਦਾਨ, ਬਹੁਤ ਡੂੰਘੇ ਸਿਆਸਤਦਾਨ ਨੇ, ਲੋਕਾਂ ਦੀ ਨਬਜ਼ ਪੜ੍ਹਨ 'ਚੋਂ ਸਭ ਤੋਂ ਜ਼ਿਆਦਾ ਪੰਜਾਬ 'ਚ ਨੰਬਰ 1 ਐਕਸਪਰਟ ਵਿਅਕਤੀ ਗਿਣੇ ਜਾਂਦੇ ਆ, ਤੇ ਕੀ ਵਜ੍ਹਾ ਹੈ ਕਿ ਉਹ ਫਿਰ ਜਿਹੜਾ ਅਕਾਲੀ ਦਲ ਦਾ ਉਹਨਾਂ ਦੇ ਜੀਂਦੇ ਜੀ ਅਸਰ ਹੋ ਰਿਹਾ, ਉਹਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕਰ ਰਹੇ, ਜਾਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਜਾਂ ਉਹ ਕੀ ਕਾਰਨ ਕੀ ਬਣਿਆ ਐਸਾ? ਦੇਖੋ, ਅਕਾਲੀ ਦਲ ਨੂੰ ਬਚਾਉਣ ਦਾ ਤਾਂ ਉਹਨਾਂ ਦੇ ਚਲੋ ਮਨ 'ਚ ਹੋ ਸਕਦਾ, ਪਰ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਬਚਾਉਣ ਵੱਲ ਜਾਣਗੇ ਨਾ। ਉਹਨਾਂ ਨੂੰ ਲੱਗਦਾ ਹੈ ਕਿ ਜੇ ਅੱਜ ਸੁਖਬੀਰ ਬਾਦਲ ਨੂੰ ਪਿੱਛੇ ਬਿਠਾ ਦਿੱਤਾ ਗਿਆ ਤੇ ਮੁੜ ਕੇ ਫਰੰਟ ਸੀਟ ਤੇ ਉਹ ਕਦੀ ਆ ਹੀ ਨਹੀਂ ਸਕਦੇ, ਤੇ ਇਸ ਕਰਕੇ ਉਹਨਾਂ ਵਾਸਤੇ ਇੰਪੋਰਟੈਂਟ ਇਸ ਵੇਲੇ ਫੈਮਿਲੀ ਆ। ਜਦੋਂ ਤੁਹਾਡੇ ਵਾਸਤੇ ਪਰਿਵਾਰ ਜਿਹੜਾ ਆ ਪ੍ਰਮੁੱਖ ਹੋ ਜਾਂਦਾ ਹੈ ਤੇ ਮਿਸ਼ਨ ਜਾਂ ਪਾਰਟੀ ਜਿਹੜੀ ਆ 2ਵੇਂ ਦਰਜੇ ਤੇ ਚੱਲ ਜਾਂਦੀ ਹੈ, ਤੇ ਫਿਰ ਇਹੀ ਹਾਲਤ ਬਣਦੇ ਆ। ਇਹ ਹਾਲਤ ਬਾਦਲ ਸਾਹਿਬ ਦੀ ਜਿੱਦਾਂ ਦੀ ਰਾਜਨੀਤੀ ਰਹੀ ਆ, ਉਹ ਠੀਕ ਹੈ ਕਿ ਉਹਨਾਂ ਦੀ ਬੜੀ ਇਸ ਗੱਲੋਂ ਪ੍ਰਸ਼ੰਸਾ ਹੁੰਦੀ ਰਹੀ ਹੈ ਕਿ ਉਹ ਬੜੇ ਘਾਗ ਸਿਆਸਤਦਾਨ ਹੈ ਜੀ, ਉਹ ਹਰ ਗੱਲ ਨੂੰ ਸਮਝ ਲੈਂਦੇ ਬੜੀ ਛੇਤੀ। ਉਹ ਟਾਈਮ ਟੂ ਟਾਈਮ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਇੱਕ ਟਾਈਮ ਸੀ ਜਦੋਂ ਇਹ ਸਾਰਾ ਕੁਝ ਏਦਾਂ ਚੱਲ ਰਿਹਾ ਸੀ, ਤੇ ਉਦੋਂ ਫਿਰ ਲੱਗਦਾ ਸੀ ਕਿ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਸਿਆਸਤ ਕਿਸੇ ਨੂੰ ਆਉਂਦੀ ਹੋ ਨਹੀਂ ਹੈ। ਟਾਈਮ ਬਦਲ ਗਿਆ ਤੇ ਚੀਜ਼ਾਂ ਬਦਲ ਗਈਆਂ, ਤੇ ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਬਾਦਲ ਸਾਹਿਬ ਜਿਹੜੇ ਆ ਉਹ ਆਪਣੇ ਬੇਟੇ ਨੂੰ ਜਾਂ ਜਿਹੜਾ ਪਰਿਵਾਰ ਨੂੰ ਵੱਖ ਕਿਉਂ ਨਹੀਂ ਕਰਦੇ, ਅਕਾਲੀ ਦਲ ਨੂੰ ਕਿਉਂ ਨਹੀਂ ਬਚਾਉਂਦੇ। ਇਹ ਹਰ ਪਾਰਟੀ 'ਚ ਏਦਾਂ ਹੁੰਦਾ ਆ। ਕਿਸੇ ਵੇਲੇ ਬਹੁਤ ਜ਼ਿਆਦਾ ਪ੍ਰਸ਼ੰਸਾ ਹੁੰਦੀ ਰਹੀ ਸੋਨੀਆ ਗਾਂਧੀ ਦੀ। ਸੋਨੀਆ ਗਾਂਧੀ ਨੂੰ ਕਿਹਾ ਜਾਂਦਾ ਰਿਹਾ ਕਿ ਇਹ 100 ਦੁਨੀਆ ਦੀਆਂ ਤਾਕਤਵਰ ਔਰਤਾਂ ਦੇ ਵਿੱਚ ਨਾਂ ਆਉਂਦਾ ਸੀ ਸੋਨੀਆ ਗਾਂਧੀ ਦਾ। ਟਾਈਮ ਮੈਗਜ਼ੀਨ ਦੇ ਕਵਰ ਪੇਜ ਤੇ ਉਹਨਾਂ ਦੀ ਫੋਟੋ ਛਪਦੀ ਸੀ। ਅੱਜ ਕਿਹਾ ਜਾ ਰਿਹਾ ਕਿ ਉਹ ਸਭ ਤੋਂ ਜ਼ਿਆਦਾ ਨਾਕਾਮ ਰਾਜਨੀਤੀ ਜਿਹੜੀ ਸੋਨੀਆ ਤੇ ਰਾਹੁਲ ਗਾਂਧੀ ਦੀ ਹੈਗੀ ਹੈ। ਕਿਸੇ ਵੇਲੇ ਡਾਕਟਰ ਮਨਮੋਹਨ ਸਿੰਘ ਨੂੰ ਮਤਲਬ ਬਹੁਤ ਕਮਾਲ ਦਾ ਯਾਨੀ ਅਰਥ ਸ਼ਾਸਤਰੀ ਮੰਨਦਾ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਸੀਗੇ, ਉਹਨੂੰ ਵੀ ਦੁਨੀਆ ਦੇ ਪਾਵਰਫੁਲ ਜਿਹੜੇ ਪੋਲੀਟੀਸ਼ੀਅਨਾਂ ਦੇ ਵਿੱਚ ਨਾਂ ਉਹਨਾਂ ਦਾ ਦਰਜ ਹੁੰਦਾ ਰਿਹਾ। ਅੱਜ ਕਿਹਾ ਜਾਂਦਾ ਕਿ ਨਹੀਂ, ਉਹ ਤਾਂ ਬਿਲਕੁਲ ਹੀ ਕਿਸੇ ਕੰਮ ਦੇ ਹੈ। ਸਮਾਂ ਬਦਲਦਾ, ਚੀਜ਼ਾਂ ਬਦਲ ਜਾਂਦੀਆਂ, ਤੇ ਜਿਹੜੇ ਨਾਂ ਥੇ ਵਾਲੇ ਲੋਕ ਹੁੰਦੇ ਆ ਉਹਨਾਂ ਦੀਆਂ ਵੀ ਗੱਲਾਂ ਜਿਹੜੀਆਂ ਆ ਉਹ ਪਿੱਛੇ ਰਹਿ ਜਾਂਦੀਆਂ ਹੁੰਦੀਆਂ। ਜਿਹੜੀ ਹੁਣ ਬਾਦਲ ਸਾਹਿਬ ਦੀ ਗੱਲ ਹੈ, ਵੱਡੇ ਬਾਦਲ ਸਾਹਿਬ, ਸ਼ਾਇਦ ਜਿਹੜਾ ਪੁੱਤਰ ਮੋਹ ਉਦੋਂ ਚਾਹੀਦਾ ਸੀ ਜਦੋਂ ਬੀਬਾ ਸੁਰਿੰਦਰ ਕੌਰ ਬਾਦਲ ਨੇ ਕਿਹਾ ਸੀ। ਉਦੋਂ ਪੁੱਤਰ ਮੋਹ ਦੀ ਥਾਂ ਦੇ ਉੱਤੇ ਕੁਰਸੀ ਮੋਹ ਹਾਵੀ ਸੀ ਉਹਨਾਂ ਕੋਲ। ਉਦੋਂ ਉਹਨਾਂ ਨੇ ਕੁਰਸੀ ਛੱਡੀ ਨਹੀਂ। ਬੀਬਾ ਸੁਰਿੰਦਰ ਕੌਰ ਬਾਦਲ ਜਾਂਦੇ ਜਾਂਦੇ ਵੀ ਕਹੀ ਗਏ ਮੇਰੇ ਮੁੰਡੇ ਨੂੰ ਮੇਰੇ ਜੀਂਦੇ ਜੀ ਮੁੱਖ ਮੰਤਰੀ ਬਣਾ ਦਿਓ। ਉਦੋਂ ਬਾਦਲ ਸਾਹਿਬ ਦਾ ਕੁਰਸੀ ਮੋਹ ਇੰਨਾ ਸੀ ਵੀ ਇੱਕ ਪਾਸੇ ਟ੍ਰਾਂਸਫਰ ਹੋ ਰਹੀ ਸੀ ਸੱਤਾ ਦੇਸ਼ ਪੱਧਰ ਦੀਆਂ ਖੇਤਰੀ ਪਾਰਟੀਆਂ ਦੇ ਵਿੱਚ, ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਨੂੰ ਸੱਤਾ ਸੌਂਪ ਰਹੇ ਸੀ, ਤੇ ਉਧਰ ਤਾਂ ਚਲੋ ਸਿਚੁਏਸ਼ਨ ਵੱਖਰੀ ਸੀ ਜਿਹੜੀ ਬਿਹਾਰ ਵਾਲੀ, ਕਿਉਂਕਿ ਉਹ ਜੇਲ੍ਹ ਚਲ ਗਏ ਸੀ ਲਾਲੂ ਪ੍ਰਸਾਦ ਯਾਦਵ। ਪਰ ਰਾਵੜੀ ਦੇਵੀ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਟ੍ਰਾਂਸਫਰ ਹੋ ਰਹੀ ਸੀ ਸੱਤਾ। ਉਧਰ ਉਧਮ ਠਾਕਰੇ ਨੂੰ ਸ਼ਿਵ ਸੈਨਾ ਵਾਲਾ ਬਾਲਾ ਸਾਹਿਬ ਠਾਕਰੇ ਸੌਂਪ ਰਿਹਾ ਸੀ ਗੱਦੀ। ਬਾਦਲ ਸਾਹਿਬ ਗੱਦੀ ਨਾਲ ਚੁੰਬੜੇ ਰਹੇ। ਉਦੋਂ ਉਹਨਾਂ ਦੀ ਗੱਦੀ ਦਾ ਮੋਹ ਸੀ। ਅੱਜ ਹੁਣ ਪੁੱਤਰ ਮੋਹ ਸ਼ਾਇਦ ਹਾਵੀ ਹੋ ਗਿਆ, ਜਿਹਦੇ ਕਰਕੇ ਉਹ ਜਾਂਦੇ ਜਾਂਦੇ ਵੀ ਇਹ ਨਹੀਂ ਕਹਿ ਰਹੇ ਵੀ ਭਾਈ ਕੁਝ ਆਪਾਂ ਦਰੁਸਤ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਲਈਏ। ਜੀ
ਹਾਲਾਤ ਤੇ ਉਹਨਾਂ ਪਰਿਵਾਰਾਂ ਦੇ ਵੀ ਦਸਾਂਝ ਸਾਹਿਬ ਲਗਭਗ ਇਹੋ ਜਿਹੀ ਆ, ਬਾਦਲ ਸਾਹਿਬ ਵਰਗੇ 19-21 ਦੇ ਫਰਕ ਨਾਲ। ਜੇ ਆਪਾਂ ਠਾਕਰੇ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਦੀ ਹਾਲਤ ਤੇ ਬਿਲਕੁਲ ਪਾਣੀਓਂ ਪਤਲੀ ਹੋ ਗਈ। ਅੱਜ ਰਾਊਤ ਸਾਹਿਬ ਨੂੰ ਪੁਲਿਸ ਨੇ ਗ੍ਰਿਫਤਾਰ ਕੱਲ੍ਹ ਦਾ ਕੀਤਾ ਹੋਇਆ ਤੇ ਉਹਨਾਂ ਦੇ ਪਰਿਵਾਰ ਨਾਲ ਉਹ ਦੁੱਖ ਸਾਂਝਾ ਕਰਨ ਵੀ ਗਏ ਆ, ਪਰ ਉਹਨਾਂ ਦੀ ਇਦਾਂ ਦੀ ਹਸੀਅਤ ਨਹੀਂ ਕਿ ਉਹ ਕੋਈ ਪਰਿਵਾਰ ਨੂੰ ਇਹ ਭਰੋਸਾ ਦੇ ਸਕਣ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਬਚਾ ਲਾਂਗੇ, ਕਿਉਂਕਿ ਉਹਨਾਂ ਦੇ ਹੱਥੋਂ ਲਗਭਗ ਸ਼ਿਵ ਸੈਨਾ ਦੀ ਵੀ ਸਾਰੀ ਤਾਕਤ ਖਿਸਕ ਕੇ ਤੇ ਦੂਜੇ ਵਿਰੋਧੀ ਧਿਰਾਂ ਕੋਲ ਚਲ ਗਈ ਆ। ਜੇ ਆਪਾਂ ਯੂਪੀ ਦੀ ਗੱਲ ਕਰਦੇ ਹਾਂ ਤੇ ਉੱਥੋਂ ਦੇ ਜਿਹੜਾ ਪਰਿਵਾਰ ਹੈ ਵੱਡਾ ਮੁਲਾਇਮ ਸਿੰਘ ਵਾਲਾ, ਉਹ ਵੀ ਮੁੜ ਸੱਤਾ ਪ੍ਰਾਪਤੀ ਵੱਲ ਵੱਧਦੇ ਦਿਖੇ ਸੀ ਪਰ ਕਿਤੇ ਗੱਲ ਬਣੀ ਨਹੀਂ। ਜੇ ਆਪਾਂ ਬਿਹਾਰ ਦੀ ਰਾਜਨੀਤੀ ਵੱਲ ਵੇਖਦੇ ਹਾਂ ਤੇ ਕਿਤੇ ਨਾ ਕਿਤੇ ਸੈਂਟਰ ਨਾਲ ਜੁੜ ਕੇ ਸੁਸ਼ੀਲ ਕੁਮਾਰ ਜਿਹੜੇ ਉੱਥੇ ਮੁੱਖ ਮੰਤਰੀ ਨੇ ਇਸ ਵੇਲੇ, ਜਿਨ੍ਹਾਂ ਨੂੰ ਬੜਾ ਚੰਗਾ ਕਿਸੇ ਵੇਲੇ ਹਾਂਜੀ ਲੰਬਾ ਸਮਾਂ ਉਹਨਾਂ ਨੂੰ ਚੰਗਾ ਮੁੱਖ ਮੰਤਰੀ ਵਜੋਂ ਜਾਣਿਆ ਜਾਂਦਾ ਰਿਹਾ, ਉਹ ਆਪਣੀ ਕੁਰਸੀ ਬਚਾਉਣ 'ਚ ਸਫਲ ਨੇ। ਪਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਹੀਰਾਂ ਦਾ, ਉਹਨਾਂ ਕੋਲੋਂ ਵੀ ਸੱਤਾ ਦੂਰ ਦੂਰ ਭੱਜਦੀ ਲੱਗਦੀ ਆ। ਬਦਲੇ ਹਾਲਾਤਾਂ 'ਚ ਵਾਕਿਆ ਹੀ ਐਂ ਲੱਗਦਾ ਹੈ ਕਿ ਸਿਆਸਤ ਕੋਈ ਬਹੁਤੀ ਗੁੰਝਲਦਾਰ ਗੇਮ ਨਹੀਂ ਹੁੰਦੀ ਕਿ ਕੁਝ ਬੰਦੇ ਇਹਨੂੰ ਆਪਣੇ ਹਿਸਾਬ ਨਾਲ ਹੀ ਮਰੋੜੀ ਫਿਰਨ, ਸਮਾਂ ਉਹ ਤੋਂ ਜ਼ਿਆਦਾ ਤਾਕਤਵਰ ਹੁੰਦਾ। ਜੀ ਬਿਲਕੁਲ, ਵਕਤ ਉਹਦੇ ਤੋਂ ਜ਼ਿਆਦਾ ਤਾਕਤਵਰ ਹੁੰਦਾ। ਦੂਜੀ ਗੱਲ ਹੁੰਦੀਆਂ ਜਿਹੜੀਆਂ ਵਕਤ ਦੇ ਨਾਲ ਨਾਲ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਹੈਗੀਆਂ, ਹਾਲਾਤ ਜਿਹੜੇ ਬਣਦੇ ਆ, ਉਹਨਾਂ ਨੂੰ ਕਿੱਦਾਂ ਕਿਹੜੀ ਸਿਆਸੀ ਧਿਰ ਕਿਹੜੇ ਲੋਕ ਜਿਹੜੇ ਆ ਉਹ ਅਵੇਲ ਕਰ ਜਾਂਦੇ ਆ ਮੌਕਿਆਂ ਨੂੰ। ਤੇ ਦੂਜੀ ਗੱਲ ਹੈ ਕਿ ਪਿਛਲੇ 30 ਸਾਲ ਤੋਂ ਸਾਡੀ ਸਿਆਸਤ ਬਿਲਕੁਲ ਹੀ ਬਦਲ ਗਈ ਹੈ। ਭਾਰਤ ਦੀ ਜਿਹੜੀ ਸਿਆਸਤ ਹੈ 30 40 35 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਜਿਹੜਾ ਸਿਆਸਤ ਇਹ ਨਹੀਂ ਹੈ ਕਿ ਪਹਿਲਾਂ ਕੋਈ ਜਿਹੜੇ ਪਾਵਰਫੁਲ ਲੋਕ ਹੁੰਦੇ ਸੀ ਜਿਹੜੇ ਡਾਇਰੈਕਟਲੀ ਸਿਆਸਤ ਵਿੱਚ ਨਾ ਹੋਣ, ਉਹਨਾਂ ਦਾ ਦਖਲ ਨਹੀਂ ਸੀ ਹੁੰਦਾ। ਪੈਸੇ ਧੇਲੇ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਹੁੰਦਾ ਸੀ, ਪਰ ਹੁਣ ਜਿਸ ਢੰਗ ਨਾਲ ਵਧਿਆ ਦਖਲ, ਕਾਰਪੋਰੇਟ ਵਰਲਡ ਜਿਸ ਤਰੀਕੇ ਦੇ ਨਾਲ ਹਾਵੀ ਹੋਇਆ ਦੁਨੀਆ ਭਰ ਦੀ ਪੋਲਿਟਿਕਸ ਦੇ ਉੱਤੇ, ਉਹਦੇ ਅਸਰ ਜਿਹੜੇ ਆ ਬਹੁਤ ਉਕੜਵੇਂ ਰੂਪ ਦੇ ਵਿੱਚ ਭਾਰਤ ਦੇ ਵਿੱਚ ਵੀ ਦਿਖਾਈ ਦਿੱਤੇ ਆ। ਸੋ ਇਲੈਕਸ਼ਨ ਤੋਂ ਲੈ ਕੇ ਸਿਆਸਤ ਜਾਂ ਪੋਲਿਟਿਕਸ ਜਿਹੜੀ ਹੈ ਉਹਦਾ ਜਿਹੜਾ ਨਵੀਨੀਕਰਨ ਜਿਹੜਾ ਜਿਸ ਰੂਪ ਦੇ ਵਿੱਚ ਹੋਇਆ, ਉਹਦੇ 'ਚ ਕਾਰਪੋਰੇਟ ਦਾ ਜਿਹੜਾ ਪਿੱਛੋਂ ਜਿਹੜਾ ਪੁਸ਼ਿੰਗ ਵਾਲਾ ਜਿਹੜਾ ਇੱਕ ਕਿਸਮ ਦਾ ਉਹਦੀ ਭੂਮਿਕਾ ਆ, ਉਹਨੂੰ ਵੀ ਇਗਨੋਰ ਕੀਤਾ ਜਾ ਸਕਦਾ। ਸੋ ਇਸ ਵੇਲੇ ਜਿਹੜੀ ਵੀ ਸਿਆਸੀ ਧਿਰ ਜਿਹੜੀ ਉਦਯੋਗਪਤੀ ਲਈ, ਜਿਹੜੇ ਉਦਯੋਗਪਤੀ ਹਾਵੀ ਨੇ, ਵਰਲਡ ਕਾਰਪੋਰੇਟ ਹੈ ਜਾਂ ਇੰਡੀਅਨ ਕਾਰਪੋਰੇਟ ਹੈ, ਉਹਨਾਂ ਵਾਸਤੇ ਇੱਕ ਪੁਲ ਮੁਹੱਈਆ ਕਰਵਾਉਂਦੀ ਹੈ ਜਿਹੜੀ ਪੋਲਿਟਿਕਸ, ਉਹ ਪੋਲਿਟਿਕਸ ਹੀ ਚਮਕ ਰਹੀ ਹੈ। ਤੇ ਉਹ ਪੋਲਿਟਿਕਸ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਬਹੁਤ ਬਿਹਤਰ ਤਰੀਕੇ ਦੇ ਨਾਲ ਡਿਜ਼ਾਈਨ ਕਰ ਰਹੀ ਹੈ ਤੇ ਉਹੀ ਇਸ ਵੇਲੇ ਸਭ ਤੋਂ ਪਹਿਲੀ ਪਸੰਦ ਬਣੀ ਹੋਈ ਹੈ। ਦੂਜੀ ਪਸੰਦ ਬਣਨ ਦੀ ਸੰਭਾਵਨਾ ਜਿਹੜੀ ਆ ਆਮ ਆਦਮੀ ਪਾਰਟੀ 'ਚ ਆ। ਆਮ ਆਦਮੀ ਪਾਰਟੀ ਵੀ ਨਹੀਂ, ਤੁਸੀਂ ਅਰਵਿੰਦ ਕੇਜਰੀਵਾਲ ਹੀ ਕਹਿ ਸਕਦੇ ਹੋ ਇਕੱਲਾ, ਜੇ ਨਾ ਹੀ ਲੈਣਾ ਹੋਵੇ। ਤੇ ਇਹ ਦੋ ਹੀ ਧਿਰਾਂ ਹੈਗੀਆਂ ਜਿਹੜੀਆਂ ਇਸ ਵੇਲੇ ਸਭ ਤੋਂ ਕਹਿ ਲਓ ਵੀ ਉਦਯੋਗਪਤੀਆਂ ਦੀ ਜਾਂ ਕਾਰਪੋਰੇਟ ਦੀ ਜਿਹੜੀ ਪਸੰਦ ਬਣੀਆਂ ਹੋਈਆਂ। 1 ਜਾਂ 2 ਨੰਬਰ ਇਹਨੂੰ ਦਿੱਤੇ ਜਾ ਸਕਦੇ ਆ। ਕਾਂਗਰਸ ਨੂੰ ਰੀਪਲੇਸ ਕਰਨ ਦੀ ਜਿਹੜੀ ਇੱਕ ਕੰਪੇਨ ਚੱਲ ਰਹੀ ਹੈ, ਆਮ ਆਦਮੀ ਪਾਰਟੀ ਜਿਹੜੀ ਆ ਉਹ ਰੀਪਲੇਸ ਕਰਦੀ ਜਾ ਰਹੀ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਤੇ ਇਹਨੂੰ ਸ਼ਾਇਦ ਅੱਗੇ ਵਧਾਉਣ ਦੀ ਇੱਕ ਪੂਰੀ ਪਲਾਨਿੰਗ ਹੈ ਕਾਰਪੋਰੇਟ ਦੀ। ਦੇਖਦੇ ਆ ਉਹਦੇ 'ਚ ਫਿਰ ਪਰਿਵਾਰ ਵੀ ਬਹੁਤ ਸਾਰੇ ਰੁੜਨਗੇ, ਜਿੱਦਾਂ ਰੁੜੇ ਗਏ ਆ ਆਪਾਂ ਦੇਖ ਲਿਆ, ਕਿਉਂਕਿ ਪੈਸੇ ਦੀ ਖੇਡ ਹੋ ਗਈ ਆ। ਮਨੀ ਪਾਵਰ ਜਿਹੜੀ ਆ ਬੜੀ ਇੰਪੋਰਟੈਂਟ ਹੋ ਗਈ ਹੈ ਸਾਡੀ ਪੋਲਿਟਿਕਸ ਦੇ ਵਿੱਚ, ਤੇ ਪਰਿਵਾਰਵਾਦ ਦੀ ਰਾਜਨੀਤੀ ਵੀ ਜਿਹੜੀ ਆ ਉਹਦੇ ਤੇ ਲਾਜ਼ਮੀ ਤੌਰ ਤੇ ਸੱਟ ਤਾਂ ਵੱਜਣੀ ਸੀ ਫਿਰ ਜਦੋਂ ਏਦਾਂ ਦੀ ਰਾਜਨੀਤੀ ਆਉਂਦੀ ਹੈ। ਤੇ ਇਸੇ ਕਰਕੇ ਪਰਿਵਾਰ ਜਾਂ ਟੱਬਰਦਾਰੀ ਦੀ ਜਿਹੜੀ ਸਿਆਸਤ ਹੈ ਵੱਖ ਸੂਬਿਆਂ ਦੇ ਵਿੱਚ ਅਸੀਂ ਉਹ ਰਸਾਤਲ 'ਚ ਜਾਂਦੇ ਦੇਖ ਰਹੇ ਹਾਂ। ਦਸਾਂਝ ਸਾਹਿਬ, ਏਜੀ ਪੰਜਾਬ ਬੜੇ ਬਦਲੇ ਗਏ ਤੇ ਜਿਹੜੇ ਨਵੇਂ ਏਜੀ ਲਾਏ ਆ ਉਹਨਾਂ ਨੂੰ ਲੈ ਕੇ ਇੱਕ ਨਵੀਂ ਕੰਟਰਾਵਰਸੀ ਸ਼ੁਰੂ ਹੋ ਗਈ। ਕਾਂਗਰਸ ਨੇ ਉਹਨਾਂ ਦੇ ਭਰਾ ਨੂੰ ਲਾ ਲਿਆ ਆਪਣਾ ਲੀਗਲ ਸੈੱਲ ਦਾ ਇੰਚਾਰਜ। ਹਾਲਾਂਕਿ ਏਜੀ ਪੰਜਾਬ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਮੇਰਾ ਕੋਈ ਪੋਲੀਟੀਕਲ ਪਾਰਟੀ ਨਾਲ ਲੈਣਾ ਦੇਣਾ ਨਹੀਂਗਾ ਤੇ ਮੇਰੀ ਚੋਣ ਜਿਹੜੀ ਆ ਨਰੋਲ ਉਹਨਾਂ ਨੇ ਆਪਣੀ ਮਰਜ਼ੀ ਨਾਲ ਜਾਂ ਮੈਰਿਟ ਦੇ ਆਧਾਰ 'ਤੇ ਕੀਤੀ ਹੋਏਗੀ। ਪਰ ਇੱਕ ਤਰ੍ਹਾਂ ਦੀ ਕੰਟਰਾਵਰਸੀ ਤਾਂ ਹੋ ਗਈ ਨਾ ਜੀ, ਜੇ ਵਿਰੋਧੀ ਪਾਰਟੀ ਦੇ ਉਹਨਾਂ ਦੇ ਸਕੇ ਭਰਾ ਜਿਹੜੇ ਆ ਉਹ ਲੀਗਲ ਉਹਨਾਂ ਦੇ ਸੈੱਲ ਦੇ ਇੰਚਾਰਜ ਹੋਣਗੇ ਤੇ ਦੂਜੇ ਪਾਸੇ ਸਰਕਾਰ ਚਲਾ ਰਹੇ ਲੋਕ ਜਿਹੜੇ ਆ ਉਹ ਫਿਰ ਕਿਸ ਤਰ੍ਹਾਂ ਇਸ ਚੀਜ਼ ਦਾ ਬੈਲੈਂਸ ਰੱਖਣਗੇ? ਦੇਖੋ ਪ੍ਰੋਫੈਸ਼ਨ ਹੈ ਜੀ ਇਹ ਤਾਂ, ਹੁਣ ਦੇਖੋ ਇਹ ਤਾਂ ਗੱਲ ਮੰਨਣੀ ਪਊਗੀ ਵੀ ਪ੍ਰੋਫੈਸ਼ਨ ਦੇ ਵਿੱਚ ਕੌਣ ਕਿੱਥੇ ਆ। ਕੱਲ ਤੱਕ ਜਿਹੜੇ ਏਜੀ ਸਾਹਿਬ ਸੀ ਉਹ ਸਰਕਾਰ ਦੇ ਖਿਲਾਫ ਲੜਦੇ ਰਹੇ ਆ, ਹੁਣ ਅੱਜ ਉਹ ਸਰਕਾਰ ਵੱਲੋਂ ਲੜ ਰਹੇ ਨੇ।
ਉਹਨਾਂ ਨੇ ਜਿੱਦਾਂ ਹੁਣੇ ਹੀ ਆਪਾਂ ਥੋੜੀ ਦੇਰ ਪਹਿਲਾਂ ਜ਼ਿਕਰ ਕਰਕੇ ਹਟੇ ਆ, ਚੀਫ ਸੈਕਟਰੀ ਦੀ ਜਿਹੜੀ ਨਿਯੁਕਤੀ ਨੂੰ ਲੈ ਕੇ ਜਿਹੜਾ ਇੱਕ ਚੈਲੰਜ ਹੋਇਆ ਹੋਇਆ, ਉਹਦੇ 'ਚ ਉਹਨਾਂ ਸਰਕਾਰ ਦਾ ਪੱਖ ਰੱਖਿਆ। ਤੇ ਉਹਨਾਂ ਦੇ ਭਰਾ ਨੂੰ ਹੁਣ ਰਾਜਾ ਵੜਿੰਗ ਨੇ ਜਿਹੜੀ ਇੱਕ ਸੂਚੀ ਜਾਰੀ ਕੀਤੀ ਆ, ਕੁਝ ਜਿਹੜੀਆਂ ਉਹਨਾਂ ਨੇ ਨਿਯੁਕਤੀਆਂ ਕੀਤੀਆਂ, ਉਹਦੇ 'ਚ ਸਭ ਤੋਂ ਪਹਿਲਾ ਨਾਂ ਜਿਹੜਾ ਉਹਨਾਂ ਦੇ ਭਰਾ ਦਾ ਆ, ਵੀ ਜਿਹੜਾ ਲੀਗਲ ਸੈੱਲ ਹੈ ਕਾਂਗਰਸ ਪਾਰਟੀ ਦਾ, ਉਹਦੇ ਚੇਅਰਮੈਨ ਉਹਨਾਂ ਨੂੰ ਲਾਇਆ ਗਿਆ। ਅੱਛਾ ਜੀ, ਇੱਕ ਗੱਲ ਤਾਂ ਇਹ ਹੈ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਇਹ ਪ੍ਰੋਫੈਸ਼ਨ ਹੈ ਭਾਈ, ਉਹਨਾਂ ਦਾ ਜਿਹੜਾ ਜਿੱਥੇ ਕੰਮ ਕਰ ਰਿਹਾ, ਕੌਣ ਕਿੱਥੇ ਪੇ ਕਰ ਰਿਹਾ, ਇਹ ਉਹਨਾਂ ਦਾ ਇੱਕ ਕਿੱਤਾ ਆ, ਉਹਦੇ ਮੁਤਾਬਕ ਸਾਰਾ ਕੁਝ ਹੈਗਾ। ਦੂਜੀ ਗੱਲ ਹੈ ਕਿ ਉਹ ਭਰਾ ਨੇ, ਭਰਾ ਹੋਣ ਦਾ ਮਤਲਬ ਇਹ ਥੋੜ੍ਹਾ ਆ ਕਿ ਜੋ ਮੈਂ ਸੋਚਦਾ ਮੇਰਾ ਭਰਾ ਵੀ ਉਦਾਂ ਸੋਚੇ, ਜਾਂ ਉਹਦਾ ਪੋਲੀਟੀਕਲ ਕਨੈਕਸ਼ਨ ਜਿਹੜਾ ਆ ਮੇਰਾ ਵੀ ਉਹੀ ਹੋਵੇ। ਇਹ ਤਾਂ ਬਿਲਕੁਲ ਡਿਫਰੈਂਟ ਗੱਲ ਹੈ। ਇਹ ਠੀਕ ਹੈ, ਇੱਕ ਮੁੱਦਾ ਜ਼ਰੂਰ ਬਣ ਜਾਂਦਾ ਹੈ ਕਿ ਦੇਖੋ ਜੀ, ਇੱਕ ਭਰਾ ਜਿਹੜਾ ਆ ਉਹ ਤਾਂ ਜੀ ਸਰਕਾਰ ਦਾ ਏਜੀ ਆ, ਦੂਜਾ ਭਰਾ ਕਾਂਗਰਸ ਪਾਰਟੀ ਨੇ ਲੀਗਲ ਸੈੱਲ ਦਾ ਆਪਣਾ ਚੇਅਰਮੈਨ ਲਾ ਲਿਆ, ਵੇ ਸਾਰਾ ਕੁਝ ਰਲਿਆ ਮਿਲਿਆ ਹੀ ਆ ਜੀ ਸਾਰਾ ਕੁਝ। ਪਰ ਸਾਡੇ ਦੇਸ਼ ਦੇ ਵਿੱਚ ਬਹੁਤ ਇੱਕ ਨਹੀਂ ਸੈਂਕੜੇ ਏਦਾਂ ਦੀਆਂ ਮਿਸਾਲਾਂ ਹੈਗੀਆਂ ਵੀ ਪਿਓ ਕਿਸੇ ਹੋਰ ਪਾਰਟੀ 'ਚ ਹੈ ਤੇ ਪੁੱਤ ਕਿਸੇ ਹੋਰ ਪਾਰਟੀ 'ਚ ਹੈ। ਪੁੱਤ ਪਰਲੇ ਪਾਸੋਂ ਮੈਂਬਰ ਪਾਰਲੀਮੈਂਟ ਆ ਤੇ ਜਿਹੜਾ ਪਿਓ ਆ ਦੂਜੇ ਪਾਸੋਂ ਮੈਂਬਰ ਪਾਰਲੀਮੈਂਟ ਆ। ਸਾਡੇ ਇੱਥੇ ਮੈਂ ਦੇਖਿਆ ਹੁੰਦਾ, ਸਾਡੇ ਇਲਾਕੇ ਦੇ ਵਿੱਚ ਚੌਧਰੀ ਸਵਰਨਾ ਰਾਓ ਹੁੰਦੇ ਸੀ ਫਗਵਾੜੇ ਤੋਂ, ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੁੰਦੇ ਸੀ, ਭਾਰਤੀ ਜਨਤਾ ਪਾਰਟੀ ਵੱਲੋਂ ਮੰਤਰੀ ਵੀ ਰਹੇ। ਭਾਰਤੀ ਜਨਤਾ ਪਾਰਟੀ ਅਕਾਲੀ ਬੀਜੇਪੀ ਸਰਕਾਰ 'ਚ ਉਹਨਾਂ ਦਾ ਮੁੰਡਾ ਜਿਹੜਾ ਮੋਹਨ ਲਾਲ ਹੈ, ਉਹ ਕਦੇ ਬਹੁਜਨ ਸਮਾਜ ਪਾਰਟੀ ਵੱਲੋਂ ਐਮਐਲਏ ਬਣ ਗਿਆ, ਤੋਂ ਕਦੇ ਅਕਾਲੀਆਂ ਵੱਲੋਂ ਤੇ ਕਦੇ ਕਾਂਗਰਸ ਵੱਲੋਂ। ਇਹ ਤਾਂ ਚੱਲਦਾ ਜੀ। ਇਹ ਤਾਂ ਦੇਖੋ ਪੋਲਿਟਿਕਸ ਦੇ ਵਿੱਚ ਤਾਂ ਕੋਈ ਈਮਾਨ ਧਰਮ ਰਿਹਾ ਨਹੀਂ, ਪਰ ਜਿਹੜਾ ਆਹ ਮਾਮਲਾ ਆ ਇਹ ਸਿੱਧੇ ਤੌਰ ਤੇ ਸਿਆਸੀ ਮਾਮਲਾ ਭਾਵੇਂ ਹੋਵੇ ਨਾ ਹੋਵੇ, ਪਰ ਕਹਿ ਸਕਦੇ ਆ ਵੀ ਹਾਂ ਵੀ ਅਗਲੇ ਦਾ ਪ੍ਰੋਫੈਸ਼ਨ ਹੈ, ਤੇ ਪ੍ਰੋਫੈਸ਼ਨਲੀ ਜੇ ਕੋਈ ਕਿਸੇ ਨੂੰ ਮਤਲਬ ਪੇ ਕਰਕੇ ਆਪਣਾ ਕੋਈ ਕੰਮ ਦੇਣਾ ਚਾਹੁੰਦਾ, ਜਿੱਦਾਂ ਪ੍ਰਸ਼ਾਂਤ ਕਿਸ਼ੋਰ ਹੈ, ਪ੍ਰਸ਼ਾਂਤ ਕਿਸ਼ੋਰ ਨੇ ਕਿਹੜੀ ਧਿਰ ਛੱਡੀ ਆ? ਪ੍ਰਸ਼ਾਂਤ ਕਿਸ਼ੋਰ ਨੇ ਮਤਲਬ ਉਹਨੂੰ ਇੱਕ ਪੈਸੇ ਦੀ ਖੇਡ ਆ, ਤੇ ਉਹ ਪ੍ਰਸ਼ਾਂਤ ਕਿਸ਼ੋਰ 2014 ਤੋਂ ਲੈ ਕੇ 2014 ਤੋਂ ਪਹਿਲਾਂ ਨਰਿੰਦਰ ਮੋਦੀ ਤੋਂ ਸ਼ੁਰੂ ਹੋ ਕੇ ਤੇ ਮਮਤਾ ਬੈਨਰਜੀ ਤੱਕ ਕਿਹੜੇ ਘਾਟ ਦਾ ਪਾਣੀ ਨਹੀਂ ਪੀਤਾ ਉਹਨੇ। ਉਹਦੀ ਕੋਈ ਪੋਲੀਟੀਕਲ ਜਿਹੜੀ ਆ ਕਿਸੇ ਕਿਸਮ ਦੀ ਕੋਈ ਐਫੀਲੀਏਸ਼ਨ ਤਾਂ ਹੈ ਨਹੀਂ ਸੀ। ਕੋਸ਼ਿਸ਼ ਕੀਤੀ ਉਹਨੇ ਪੋਲਿਟਿਕਸ 'ਚ ਆਉਣ ਦੀ, ਜੇ 'ਚੋਂ ਫੇਲ ਹੋ ਗਿਆ। ਪਰ ਇੱਕ ਸਕਿੱਲ ਜਿਹੜੀ ਉਹਦੇ ਕੋਲ ਹੈ, ਉਹਦੀ ਵਰਤੋਂ ਜਿਹੜੀ ਆ ਵੱਖ-ਵੱਖ ਧਿਰਾਂ ਨੇ ਕੀਤੀ ਆ ਪੈਸੇ ਦੇ ਕੇ। ਇੱਥੇ ਇਹਨਾਂ ਨੂੰ ਇਹ ਵੀ ਹੁਣ ਤਨਖਾਹ ਤੇ ਹੀ ਹੈ ਨਾ, ਏਜੀ ਸਾਹਿਬ ਵੀ ਕੋਈ ਪੋਲੀਟੀਕਲ ਬੰਦੇ ਨਹੀਂ ਹੈ, ਤੇ ਉਹਨਾਂ ਨੇ ਕਹਿ ਹੀ ਦਿੱਤਾ ਵੀ ਮੇਰਾ ਕੋਈ ਪੋਲਿਟਿਕਸ ਦਾ ਰਿਸ਼ਤਾ ਨਹੀਂ, ਮੈਨੂੰ ਅਪਰੋਚ ਕੀਤਾ ਗਿਆ। ਉਹ ਨੌਕਰੀ ਕਰ ਰਹੇ ਆ, ਉਹ ਹੁਣ ਸਰਕਾਰ ਦੀ ਨੌਕਰੀ ਕਰ ਰਹੇ ਆ। ਕੁਝ ਸਮਾਂ ਪਹਿਲਾਂ ਤੱਕ ਉਹ ਸਰਕਾਰ ਦੇ ਖਿਲਾਫ ਜਿਹੜੇ ਪ੍ਰਾਈਵੇਟ ਕੇਸ ਲੜਦੇ ਸੀ ਉਹ ਉਹਨਾਂ ਦਾ ਕੀਤਾ ਸੀ। ਹੁਣ ਇਹ ਲੀਗਲ ਸੈੱਲ ਦੀ ਚੇਅਰਮੈਨੀ ਲੈ ਕੇ ਇਹ ਕਾਂਗਰਸ ਦੀ ਨੌਕਰੀ ਕਰ ਰਹੇ ਉਹਨਾਂ ਦੇ ਭਰਾ। ਨੌਕਰੀ ਹੈ ਜੀ ਇਹ ਤਾਂ। ਬਿਲਕੁਲ, ਇੱਥੋਂ ਤੱਕ ਤੇ ਗੱਲ ਤੁਹਾਡੀ ਦਰੁਸਤ ਆ, ਪਰ ਦੂਜਾ ਪੱਖ ਜਿਹੜਾ ਹਰ ਚੀਜ਼ ਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਜਿਹੜੀ ਨੈਤਿਕਤਾ ਦੀ ਗੱਲ ਕਰਦੇ ਆ ਆਪਾਂ, ਆਪਣੇ ਮੁਲਕ ਦੇ ਘੱਟੋ ਘੱਟ ਜਿਹੜੇ ਦਸਤੂਰ ਚੱਲੇ ਆਉਂਦੇ ਆ ਸਦੀਆਂ ਤੋਂ, ਆਪਣੇ ਮੁਲਕ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਆ, ਪਰਿਵਾਰਕ ਕਦਰਾਂ ਕੀਮਤਾਂ ਨੂੰ ਦਿੱਤੀ ਜਾਂਦੀ ਆ। ਸਿਆਸੀ ਤੌਰ 'ਤੇ ਆਪਾਂ ਅੱਜ ਵੀ ਸਾਡੇ ਲੀਡਰ ਕਹਿੰਦੇ ਅਸੀਂ ਸਿਆਸਤ ਕਰਨੀ ਆਏ, ਸੇਵਾ ਕਰਨ ਆਏ ਆ। ਕੋਈ ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਦਿੰਦਾ ਕਿ ਮੈਂ ਉਹਦੇ ਵਰਗਾ ਰਾਜ ਦਊਂਗਾ, ਕੋਈ ਕਹਿੰਦਾ ਮੈਂ ਸਿਆਸਤ ਬਦਲ ਦਊਂਗਾ। ਗੱਲ ਤੇ ਕਰਦੇ ਸਾਰੇ ਨੈਤਿਕਤਾ ਦੀ ਆ, ਪਰ ਨੈਤਿਕ ਕਦਰ ਕੀਮਤਾਂ ਬਹੁਤ ਪਿੱਛੇ ਰਹਿ ਗਈਆਂ ਕਿਤੇ। ਤੇ ਦਸਾਂਝ ਸਾਹਿਬ, ਪੰਜਾਬ 'ਚ ਬਾਰਿਸ਼ਾਂ ਕਾਫੀ ਹੋ ਰਹੀਆਂ, ਮਾਲਵੇ ਵਾਲੇ ਪਾਸੇ ਕਾਫੀ ਹੜ੍ਹ ਹੁੜ ਆ ਰਹੇ ਆ, ਕੀ ਪੋਜੀਸ਼ਨ ਆ? 7 ਵਿਅਕਤੀ ਵੀ ਗੋਬਿੰਦ ਸਾਗਰ ਝੀਲ 'ਚ ਡੁੱਬ ਕੇ ਮਰ ਗਏ, ਇੱਕੋ ਪਰਿਵਾਰ ਦੇ। ਤੇ ਪਟਿਆਲੇ ਵਾਲੇ ਪਾਸੇ ਘਨੌਰ ਦਾ ਕੀ ਹਾਲ ਆ? ਉੱਥੇ ਵੀ ਪਾਣੀ ਆਣ ਵੜਦਾ ਹੁੰਦਾ ਪਟਿਆਲੇ 'ਚ। ਮੈਂ ਮਨਦੀਪ ਰਾਣਾ ਪਰਸੋਂ ਗੱਲ ਕਰ ਰਿਹਾ ਸੀ ਕਿ ਅੱਗੇ ਤੇ ਰਾਜਾ ਸਾਹਿਬ ਘਨੌਰ ਨੂੰ ਨੱਥ ਪਾਉਣ ਲਈ ਜਾਂਦੇ ਹੁੰਦੇ ਸੀ, ਹੁਣ ਕੀ ਭਗਵੰਤ ਮਾਨ ਨੂੰ ਨੱਥ ਲੈ ਕੇ ਜਾਣਗੇ ਜਾਂ ਅਜੇ ਵੀ ਡਿਊਟੀ ਮਹਾਰਾਜਾ ਸਾਹਿਬ ਦੀ ਆ? ਉਹ ਤਾਂ ਚਲੋ ਪਰਿਵਾਰਕ ਤੌਰ ਦੇ ਉੱਤੇ ਏਦਾਂ ਦਾ ਉਹ ਕਰਦੇ ਰਹਿੰਦੇ ਆ, ਉਹਨਾਂ ਦਾ ਕੋਈ ਰੀਤਾ ਰੂਤਾ, ਪਰ ਅੱਜ ਕੱਲ੍ਹ ਦਿਖਾਈ ਨਹੀਂ ਦੇ ਰਿਹਾ ਉਹਨਾਂ ਦਾ। ਕੱਲ ਲਾਸਟ ਬਸ ਇੱਕ ਬਿਆਨ ਦੇਖਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ, ਕੱਲ ਪਰਸੋਂ, ਜਿਹੜਾ ਸਿਹਤ ਮੰਤਰੀ ਦੇ ਹਵਾਲੇ ਨਾਲ ਜਿਹੜੀ ਗੱਲ ਸਾਡੇ ਸਾਹਮਣੇ ਸੀਗੀ, ਜਿਹੜਾ ਵੀਸੀ ਸਾਹਿਬ ਦੇ ਨਾਲ ਬਦਸਲੂਕੀ ਹੋਈ ਹੈ, ਉਹਦੇ ਤੇ ਉਹਨਾਂ ਨੇ ਇੱਕ ਲਾਸਟ ਬਿਆਨ ਉਹਨਾਂ ਦੇਖਿਆ। ਨੱਥ ਨੁੱਥ ਦੀ ਤਾਂ ਗੱਲ ਕਿਤੇ ਸੁਣੀ ਨਹੀਂ। ਜੇ ਸੱਤਾ ਉਹਨਾਂ ਕੋਲ ਹੁੰਦੀ ਤਾਂ ਸ਼ਾਇਦ ਤੱਕ ਹੁਣ ਤੱਕ ਪਤਾ ਨਹੀਂ ਕਿੰਨੀਆਂ ਕਿ ਨੱਥਾਂ ਉਹਨਾਂ ਨੇ ਚੜਾ ਦੇਣੀਆਂ ਸੀ। ਤੇ ਚਲੋ ਖੈਰ ਗੱਲ ਇਹ ਆ ਵੀ ਹਾਦਸਾ ਬੜਾ ਵੱਡਾ ਵਾਪਰਿਆ, ਉਹ ਊਨਾ ਜ਼ਿਲ੍ਹੇ 'ਚ ਵਾਪਰਿਆ। ਉਹ ਇੱਕ ਪਰਿਵਾਰ ਦੇ ਨਹੀਂ ਸੀ, ਪਰ ਇੱਕ ਪਿੰਡ ਦੇ ਨੌਜਵਾਨ ਸੀਗੇ। ਇੱਕ ਨੌਜਵਾਨ ਦੀ ਉਮਰ 30 ਸਾਲ ਸੀ, ਬਾਕੀ 16 ਤੋਂ 18 ਸਾਲ ਦੀ ਉਮਰ ਦੇ ਨੌਜਵਾਨ ਸੀ। ਇਕੱਠਾ ਗਰੁੱਪ ਗਿਆ ਸੀ ਬਾਬਾ ਬਾਲਕ ਨਾਥ ਦੀ ਯਾਤਰਾ ਤੇ। ਵਾਪਸੀ ਤੇ ਉਹ ਗੋਬਿੰਦ ਸਾਗਰ ਝੀਲ ਦੇ ਵਿੱਚ, ਉੱਥੇ ਊਨਾ ਜ਼ਿਲ੍ਹੇ ਦੇ ਵਿੱਚ ਨੇੜੇ ਕਿਤੇ ਉਹ ਨਹਾਉਣ ਲੱਗ ਪਏ, ਤੇ ਇੱਕ ਬੱਚਾ ਰੁੜ ਗਿਆ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਚੇਨ ਬਣਾ ਕੇ।
ਤੇ ਉਹਨੂੰ ਬਚਾਉਂਦੇ ਬਚਾਉਂਦੇ ਜਦੋਂ ਚੇਨ ਬਣਾਈ ਤੇ ਉਹ ਨੌਜਵਾਨਾਂ 'ਚ ਇੱਕ ਬੱਚੇ ਦਾ ਹੱਥ ਛੁੱਟ ਗਿਆ ਤੇ ਉਹ ਸਾਰੇ ਡੁੱਬ ਗਏ। 7 ਦੇ 7 ਇੱਕੋ ਪਿੰਡ ਦੇ ਬਨੂੜ ਦੇ ਲਾਗੇ ਕਿਸੇ ਪਿੰਡ ਦੇ ਸੀਗੇ ਤੇ ਇਹ ਬੜੀ ਮੰਦਭਾਗੀ ਖਬਰ ਅਸੀਂ ਸੁਣ ਰਹੇ ਹਾਂ ਤੇ ਬਹੁਤ ਕਹਿ ਲਓ ਵੀ ਮਾਹੌਲ ਸੋਗਮਈ ਹੈ ਇਸ ਘਟਨਾ ਨੂੰ ਲੈ ਕੇ। ਓਵਰਆਲ ਮੀਂਹ ਬਹੁਤ ਪਿਆ ਜੀ, ਪਿਛਲੇ ਰਿਕਾਰਡ ਜਿਹੜੇ ਆ 20-25 ਸਾਲ ਦੇ ਪੰਜਾਬ ਦੇ ਵਿੱਚ ਵੀ ਟੁੱਟੇ ਆ। 2-3 ਦਿਨ ਦੇ ਵਿੱਚ ਕਾਫੀ ਮੀਂਹ ਪਿਆ, ਉਹਦੇ ਨਾਲ ਹਾਲਾਤ ਜਿਹੜੇ ਆ ਮਤਲਬ ਖਾਸ ਤੌਰ ਦੇ ਉੱਤੇ ਢੋਲ ਦੀ ਪੋਲ ਵਾਲੀ ਗੱਲ ਹੈ ਕਿ ਸ਼ਹਿਰਾਂ ਦੇ ਵਿੱਚ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਵੱਡੇ ਪੱਧਰ ਤੇ ਖੜ ਗਿਆ ਤੇ ਪਿੰਡਾਂ ਦੇ ਵਿੱਚ ਵੀ ਹਾਲਤ ਜਿਹੜੀ ਬਹੁਤੀ ਵਧੀਆ ਨਹੀਂ ਸੀ ਤੇ ਏਦਾਂ ਦੀ ਸਥਿਤੀ ਬਣੀ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤਾਂ ਜਿੱਦਾਂ ਹਰ ਵਰਗੀ ਸਥਿਤੀ ਜਿਹਨੂੰ ਆਪਾਂ ਕਹਿ ਦਿੰਦੇ ਆ। ਬੱਸਾਂ ਜਿਹੜੀਆਂ ਆ ਲਗਭਗ ਅੱਧੀਆਂ ਡੁੱਬੀਆਂ ਚੱਲਦੀਆਂ ਜਿਹੜੀਆਂ ਦੇਖੀਆਂ ਗਈਆਂ। ਲੁਧਿਆਣੇ ਦੇ ਵਿੱਚ ਵੀ ਕੁਝ ਏਦਾਂ ਦੇ ਵੀਡੀਓ ਸਾਡੇ ਸਾਹਮਣੇ ਆਏ ਹੈ। ਸੋ ਜਦੋਂ ਥੋੜਾ ਜਿਹਾ ਮੀਂਹ ਪੈ ਜਾਂਦਾ, ਥੋੜਾ ਜ਼ਿਆਦਾ ਪੈ ਜਾਵੇ ਤਾਂ ਫਿਰ ਜਨਜੀਵਨ ਦੀ ਬੜੀ ਮੁਸੀਬਤ ਪੈਦਾ ਹੋ ਜਾਂਦੀ ਹੈ ਤੇ ਇਹ ਤੋਂ ਪਤਾ ਲੱਗਦਾ ਕਿ ਸਾਡੇ ਸੀਵਰੇਜ ਸਿਸਟਮ, ਦੂਜਾ ਤੀਜਾ ਸਿਸਟਮ ਬਹੁਤਾ ਵਧੀਆ ਨਹੀਂ ਹੈ, ਬਹੁਤਾ ਵੀ ਵਧੀਆ ਹੈ ਹੀ ਨਹੀਂ ਵਧੀਆ ਵੀ ਬੜੀ ਛੇਤੀ ਥੋੜੇ ਜਿਹੇ ਮੀਂਹ ਦੇ ਨਾਲ ਹੀ ਸਾਡੇ ਵਾਸਤੇ ਮੁਸੀਬਤਾਂ ਖੜੀਆਂ ਹੋ ਜਾਂਦੀਆਂ। ਇਹ ਮਾਹੌਲ ਬਣਿਆ ਪਿਛਲੇ 3-4 ਦਿਨ ਤੋਂ। ਬਿਲਕੁਲ। ਦਸਾਂਝ ਸਾਹਿਬ, ਸਿਹਤ ਮੰਤਰੀ ਵਾਲਾ ਮਸਲਾ ਸੋਲਵ ਹੋ ਗਿਆ ਕਿ ਜੇ ਥੋੜਾ ਬਹੁਤਾ ਰਿੜਕਿਆ ਜਾ ਰਿਹਾ? ਨਹੀਂ, ਉਹ ਰਿੜਕਿਆ ਜਾਊਗਾ ਹਾਲੇ ਜੀ। ਉਹ ਸਿਹਤ ਮੰਤਰੀ ਕੱਲ ਗਏ ਸੀ ਮੁੱਖ ਮੰਤਰੀ ਨੂੰ ਮਿਲਣ ਤੇ ਖਬਰ ਹੈ ਕਿ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਖਾਸੇ ਨਾਰਾਜ਼ ਹੈ ਤੇ ਉਹਨਾਂ ਨੇ ਮਿਲਣ ਦਾ ਵਕਤ ਨਹੀਂ ਦਿੱਤਾ ਤੇ ਉਂਝ ਇਹ ਖਬਰ ਹੈ ਕਿ ਵੀ ਉਹਨਾਂ ਨੂੰ ਕੋਈ ਬਰਖਾਸਤ ਤਾਂ ਨਹੀਂ ਕੀਤਾ ਜਾਏਗਾ ਪਰ ਨਸੀਹਤ ਉਹਨਾਂ ਨੂੰ ਦੇ ਦਿੱਤੀ ਗਈ ਹੈ ਕਿ ਤੁਹਾਡਾ ਵਿਹਾਰ ਠੀਕ ਨਹੀਂ ਹੈ। ਤੇ ਸੋ ਮੈਨੂੰ ਲੱਗਦਾ ਸਰਕਾਰ ਵਾਸਤੇ ਮੁਸੀਬਤ ਰੋਜ਼ ਨਵੀਂ ਪੈਦਾ ਕਰਦੀ। ਇਹਦੇ ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਆਮ ਵਰਕਰ ਤੋਂ ਲੈ ਕੇ ਵਿਧਾਇਕ ਤੋਂ ਮੰਤਰੀ ਤੱਕ ਨੂੰ ਸ਼ਾਇਦ ਹੁਣ ਕਾਫੀ ਚੌਕਸ ਰਹਿਣਾ ਚਾਹੀਦਾ ਹੈ ਤੇ ਮਾਹੌਲ ਜਿਸ ਕਿਸਮ ਦਾ ਹੈ ਉਹਦੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਗਏ ਆ, ਕੁਝ ਕੰਮ ਬਹੁਤ ਵਧੀਆ ਹੋਏ ਵੀ ਹੈ ਪਰ ਨਾਲ ਦੀ ਨਾਲ ਵਧੀਆ ਜਦੋਂ ਕੰਮ ਹੁੰਦਾ ਨਾਲ ਦੀ ਨਾਲ ਕੋਈ ਏਦਾਂ ਦਾ ਵਿਵਾਦ ਖੜਾ ਹੋ ਜਾਂਦਾ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਜੀ ਜੀ ਬਿਲਕੁਲ। ਸਮਾਂ ਆਪਣਾ ਹੋ ਗਿਆ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਪਰ ਪੰਜਾਬ ਦੀ ਜਿਹੜੀ ਲੋਕ ਰਾਏ ਆ ਉਹ ਵੰਡੀ ਜਾਂਦੀ ਹਰ ਮਸਲੇ ਤੇ, ਖਾਸ ਕਰਕੇ ਸੋਸ਼ਲ ਮੀਡੀਆ ਤੇ ਅੱਧੋ ਅੱਧੀ ਗੱਲ ਚੱਲ ਰਹੀ ਆ। ਬਹੁਤ ਸਾਰੇ ਲੋਕੀ ਸਿਹਤ ਮੰਤਰੀ ਦੀ ਪਿੱਠ ਤੇ ਖੜੇ ਨਜ਼ਰ ਆ ਰਹੇ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹਦੀ ਨਿੰਦਿਆ ਕਰ ਰਹੇ ਆ। ਇਸੇ ਤਰ੍ਹਾਂ ਹੀ ਆਪਣੇ ਸ਼ਹੀਦ ਭਗਤ ਸਿੰਘ ਦੇ ਮਾਮਲੇ 'ਚ ਆਪਾਂ ਦੇਖ ਰਹੇ ਹਾਂ ਪੰਜਾਬੀਆਂ ਦੀ ਰਾਏ ਕਿਤੇ ਇੱਕਮੁੱਠ, ਕਿਤੇ ਥੋੜ੍ਹੀ ਜਿਹੀ ਉਲਾਰ ਨਹੀਂ ਹੁੰਦੀ ਦਿਖਦੀ। ਹਰ ਮਸਲੇ ਤੇ ਅਸੀਂ ਪੂਰੀ ਤਰ੍ਹਾਂ ਵੰਡੇ ਜਾਂਦੇ ਹਾਂ। ਇਹ ਇੱਕ ਪਤਾ ਨਹੀਂ ਸਾਡੀ ਗੁਣ ਆ ਕਿ ਔਗਣ ਆ ਆਪਣਾ, ਇਹ ਨਹੀਂ ਪਤਾ। ਇਹ ਗੱਲ ਵੰਡੇ ਜਾਣ ਦੀ ਨਹੀਂ ਹੁੰਦੀ। ਸੋਸ਼ਲ ਮੀਡੀਆ ਤੇ ਚਲੋ ਮੈਂ ਬਹੁਤਾ ਸੀਰੀਅਸ ਲੈਂਦਾ ਨਹੀਂ, ਉੱਥੇ ਤਾਂ ਜਿਹੜਾ ਮਰਜ਼ੀ ਜੋ ਮਰਜ਼ੀ ਆ ਕੇ ਬੋਲਦਾ ਰਹਿੰਦਾ ਹੈ। ਪਰ ਇਹ ਜ਼ਰੂਰ ਹੈ ਕਿ ਜਿਹੜੀ VC ਸਾਹਿਬ ਦੀ ਗੱਲ ਹੈ, ਹੁਣ ਸਮਾਂ ਮੇਰੇ ਕੋਲ ਹੈ ਨਹੀਂ, ਇੱਥੇ ਲੰਬੀ ਗੱਲ ਹੋ ਸਕਦੀ ਸੀ। VC ਸਾਹਿਬ ਵਾਲੀ ਗੱਲ ਹੈ ਵੀ ਉਹ ਪਿਛਲੇ ਮਤਲਬ 15 ਸਾਲ ਤੋਂ ਉੱਥੇ ਦੇ VC ਆ। ਸ਼੍ਰੋਮਣੀ ਅਕਾਲੀ ਦਲ BJP ਗੌਰਮੈਂਟ ਵੇਲੇ ਵੀ VC ਸੀਗੇ ਤੇ ਕਾਂਗਰਸ ਵੇਲੇ ਵੀ ਤੇ ਹੁਣ ਆਮ ਆਦਮੀ ਪਾਰਟੀ ਵੇਲੇ ਵੀ। ਚਲੋ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਉਹਨਾਂ ਦੇ ਖਿਲਾਫ ਵੀ, ਉੱਥੇ ਉਹਨਾਂ ਦੇ ਪ੍ਰਬੰਧਾਂ ਦੇ ਖਿਲਾਫ ਵੀ ਆਮ ਤੌਰ ਤੇ ਯੂਨੀਵਰਸਿਟੀਆਂ ਦੇ ਵਿੱਚ ਹੁੰਦੀ ਆ। ਅਸੀਂ ਤੁਸੀਂ ਵੀ ਵਿਦਿਆਰਥੀ ਰਹੇ ਆ, ਵਿਦਿਆਰਥੀ ਲੜਦੇ ਆ, ਵੱਖ ਵੱਖ ਜਥੇਬੰਦੀਆਂ ਲੜਦੀਆਂ ਤੇ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਏਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਉਹਨਾਂ ਦੇ ਖਿਲਾਫ ਵੀ ਏਦਾਂ ਦੇ ਮੁਜ਼ਾਹਰੇ ਵੀ ਹੁੰਦੇ ਰਹੇ ਆ। ਵਿਦਿਆਰਥੀ ਵੀ, ਮੈਡੀਕਲ ਐਸੋਸੀਏਸ਼ਨਸ ਵੀ ਉਹਨਾਂ ਦੇ ਕੰਮਕਾਰ ਤੋਂ ਬਹੁਤੀਆਂ ਮਤਲਬ ਖੁਸ਼ ਨਹੀਂ ਸੀਗੀਆਂ। ਉਹ ਲਗਾਤਾਰ ਕੋਈ ਨਾ ਕੋਈ ਰੋਸ ਮੁਜ਼ਾਹਰੇ ਕਰਦੇ ਰਹੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਸਿਹਤ ਮੰਤਰੀ ਜਾਵੇ ਤੇ ਉਹ ਇਸ ਤਰੀਕੇ ਨਾਲ ਬਿਹੇਵ ਕਰੇ ਕਿਸੇ VC ਦੇ ਨਾਲ। ਉਹਦਾ ਇੱਕ ਵਿਧੀ ਵਿਧਾਨ ਹੁੰਦਾ ਤੇ ਇਸ ਕਰਕੇ ਮੈਂ ਸਮਝਦਾ ਕਿ ਉਹ ਬਿਲਕੁਲ ਡਿਫਰੈਂਟ ਗੱਲ ਹੈ। ਉਹਨਾਂ ਦਾ VC ਹੁੰਦਿਆਂ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹ ਕਿੰਨੀਆਂ ਨਹੀਂ ਨਿਭਾ ਸਕੇ, ਬਿਲਕੁਲ ਵੱਖਰੀ ਗੱਲ ਹੈ। ਤੇ ਉਹਨਾਂ ਦੇ ਪੋਲੀਟੀਕਲ ਕਲੈਕਸ਼ਨ ਵੀ ਰਹੇ ਹੋਣਗੇ ਵੀ, ਅਕਾਲੀਆਂ ਵੇਲੇ ਵੀ VC, ਕਾਂਗਰਸ ਵੇਲੇ ਵੀ VC ਤੇ ਹੁਣ ਫਿਰ VC ਸੀਗੇ। ਇਹ ਬਿਲਕੁਲ ਵੱਖਰੇ ਮਾਮਲੇ ਨੇ, ਇੱਥੇ ਵੱਖਰੀ ਗੱਲ ਹੋ ਸਕਦੀ ਹੈ। ਪਰ ਜਿਹੜਾ ਬਿਹੇਵ ਕੀਤਾ ਗਿਆ ਸਿਹਤ ਮੰਤਰੀ ਵੱਲੋਂ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਇਹ ਗੱਲਾਂ ਦੱਸ ਕੇ, ਇਹ ਗੱਲਾਂ ਕਰਕੇ। ਇੱਕ ਪਾਸਡ ਅਪਰੋਚ ਜਿਹੜੀ ਕਿਸੇ ਵੀ ਮਾਮਲੇ 'ਚੋਂ ਗਲਤ ਹੁੰਦੀ ਹੈ। ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਸਾਂਝ ਸਾਹਿਬ। ਮਿਲਦੇ ਹਾਂ ਆਪਾਂ ਕੱਲ ਦੇ ਪ੍ਰੋਗਰਾਮ 'ਚ। ਬਹੁਤ ਧੰਨਵਾਦ ਜੀ। ਖਬਰਾਂ ਤੇ ਪੈਣੀ ਨਿਗਾਹ ਰੱਖਦਾ, ਹਰ ਖਬਰ ਦੀ ਪੁਣਛਾਣ ਕਰਕੇ ਉਸ ਦੀ ਤਹਿ ਤੱਕ ਪਹੁੰਚਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠ ਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ TV ਪੰਜਾਬੀ ਦੁਨੀਆ, ਆਪਣੀ ਬੋਲੀ, ਆਪਣਾ ਮਾਣ।